8ਵੇਂ ਦਿਨ ਜਦ ਗੁਰੂ ਅੰਗਦ ਜੀ ਦੀ ਸਮਾਧੀ ਖੁੱਲੀ ਤਾਂ ਆਪ ਜੀ ਨੇ ਇਸ਼ਨਾਨ ਪਾਣੀ ਕਰਕੇ ਪ੍ਰਸ਼ਾਦ ਛਕਿਆ ਅਤੇ ਆਸਣ ਉੱਤੇ ਬੈਠ ਕੇ ਭਾਈ ਬਾਲੇ ਨੂੰ ਸੱਦ ਕੇ ਆਖਿਆ ਕਿ ਗੁਰੂ ਜੀ ਦੀ ਕਥਾ ਅੱਗੇ ਸੁਣਾਓ। ਭਾਈ ਬਾਲਾ ਜੀ ਸੁਣਾਉਣ ਲੱਗੇ ਅਤੇ ਗੁਰੂ ਜੀ ਨੇ ਸਰੋਤਾ ਜਨ ਸੁਣਨ ਲੱਗੇ। ਬਾਲਾ ਜੀ ਨਮਸਕਾਰ ਕਰਕੇ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਲੋਹਾ ਰੀਪਾ ਸਿੱਧ ਨੇ ਗੋਰਖ ਨੂੰ ਜਾ ਕੇ ਦੱਸਿਆ ਕਿ ਨਾਨਕ ਤਪੇ ਦੇ ਬਰਾਬਰ ਦਾ ਇਹ ਸਮੇਂ ਹੋਰ ਕੋਈ ਨਹੀਂ ਹੈ। ਤਪੇ ਨੂੰ ਕੋਈ ਵੀ ਨਹੀਂ ਜਿੱਤ ਸਕਦਾ। ਇਹ ਤਾਂ ਕੋਈ ਅਵਤਾਰ ਸਹੀ ਹੁੰਦਾ ਹੈ। ਤਦ ਗੋਰਖ ਨੇ ਸਾਰੇ ਸਿੱਧਾਂ ਨੂੰ ਸੱਦ ਕੇ ਆਖਿਆ, ਤੁਹਾਡੇ ਵਿੱਚੋਂ ਕੋਈ ਹੈ ਜਿਹੜਾ ਨਾਨਕ ਤਪੇ ਨਾਲ ਚਰਚਾ ਕਰਕੇ ਉਸ ਨੂੰ ਜਿੱਤੇ। ਭੱਗਰਨਾਥ ਨੇ ਉੱਠ ਕੇ ਕਿਹਾ, ਮੈਨੂੰ ਆਗਿਆ ਹੋਵੇ ਤਾਂ ਮੈਂ ਜਾਂਦਾ ਹਾਂ। ਆਦਮੀ ਕੀ ਚੀਜ਼ ਹੈ, ਮੈਂ ਤਾਰੇ ਤੋੜ ਸਕਦਾ ਹਾਂ। ਉਸ ਨੂੰ ਜਾਂ ਪਿੱਛੇ ਹਟਣ ਤੇ ਮਜਬੂਰ ਕਰ ਦਿਆਂਗਾ ਅਤੇ ਜਾਂ ਚੇਲਾ ਕਰਕੇ ਤੁਹਾਡੇ ਪਾਸ ਲਿਆਵਾਂਗਾ। ਗੋਰਖ ਨੇ ਕਿਹਾ, ਜਾਓ, ਠੀਕ ਹੈ, ਅਜਿਹਾ ਹੀ ਕਰਨਾ। ਭੱਗਰਨਾਥ ਗੁਰੂ ਜੀ ਨਾਲ ਚਰਚਾ ਕਰਨ ਵਾਸਤੇ ਤੁਰ ਪਿਆ। ਉਧਰ ਗੁਰੂ ਜੀ ਜਦ ਪਹਾੜ ਦੇ ਉੱਤੇ ਜਾ ਰਹੇ ਸਨ ਤਾਂ ਮਰਦਾਨੇ ਨੇ ਪੁੱਛਿਆ, ਹੁਣ ਕਿੱਧਰ ਜਾ ਰਹੇ ਹੋ? ਗੁਰੂ ਜੀ ਨੇ ਕਿਹਾ, ਕਾਕ ਪਸੁੰਡ ਤੇ ਧਰੂ ਆਦਿਕ ਸਥਾਨਾਂ ਨੂੰ ਵੇਖਣ ਜਾ ਰਹੇ ਹਾਂ। ਚੰਦ ਸੂਰਜ ਹੇਠਾਂ ਰਹਿ ਗਏ ਹਨ। ਇਸ ਤੋਂ ਅੱਗੇ ਸੁਮੇਰ ਦੇ ਉੱਤੇ ਸਿੱਧ ਰਹਿੰਦੇ ਹਨ, ਉਹਨਾਂ ਦਾ ਮਾਣ ਦੂਰ ਕਰਨਾ ਹੈ। ਇੰਨੇ ਨੂੰ ਭੱਗਰਨਾਥ ਆ ਗਿਆ। ਉਸ ਨੇ ਕਿਹਾ, ਮਾਈ ਮੁੰਡੇ, ਕਿੱਧਰ ਜਾ ਰਹੇ ਹੋ? ਅੱਗੇ ਜਾਣ ਦੀ ਤੇਰੇ ਵਿੱਚ ਪਹੁੰਚ ਨਹੀਂ। ਅੱਗੇ ਜਾ ਕੇ ਆਪਣੇ ਪ੍ਰਾਣ ਗਵਾ ਲਵੇਂਗਾ। ਪਰ ਜੇ ਤੈਨੂੰ ਅੱਗੇ ਜਾਣ ਦੀ ਇੱਛਾ ਹੈ ਤਾਂ ਗੋਰਖ ਨੂੰ ਗੁਰੂ ਧਾਰ ਲੈ, ਜੋ ਪੂਰਾ ਸਮਰੱਥ ਗਿਆਨਵਾਨ ਹੈ। ਜੇ ਤੂੰ ਸੁੱਖ ਚਾਹੁੰਦਾ ਹੈ ਤਾਂ ਦੋਹਾਂ ਵਿੱਚੋਂ ਇੱਕ ਗੱਲ ਕਰ ਲੈ, ਜਾਂ ਪਿੱਛੇ ਹਟ ਜਾ ਜਾਂ ਗੋਰਖ ਨੂੰ ਗੁਰੂ ਧਾਰ ਲੈ। ਗੁਰੂ ਜੀ ਨੇ ਕਿਹਾ, ਸਾਡੀ ਤ੍ਰਿਸ਼ਨਾ ਮਾਈ ਹੈ, ਜਿਸ ਦਾ ਅਸਾਂ ਸਿਰ ਮੁੰਨਿਆ ਹੈ ਅਤੇ ਫਿਰ ਮਾਈ ਦੀ ਮਾਈ ਮਾਇਆ ਦਾ ਸਾਥ ਛੱਡਿਆ ਹੋਇਆ ਹੈ। ਦੁੱਖ ਉਸ ਨੂੰ ਹੁੰਦਾ ਹੈ ਜਿਹੜਾ ਆਪਣਾ ਰਸਤਾ ਭੁੱਲਾ ਫਿਰਦਾ ਹੋਵੇ। ਤੇਰੇ ਹੰਕਾਰ ਨੂੰ ਦੂਰ ਕਰਕੇ ਮੈਂ ਰਸਤਾ ਵੇਖ ਲਵਾਂਗਾ। ਤੇਰਾ ਗੁਰੂ ਗੋਰਖ ਵੀ ਵੇਖਿਆ, ਜਿਸ ਨੇ ਲੰਮੀ ਉਮਰ ਕਰਕੇ ਵਿਅਰਥ ਝਗੜੇ ਹੀ ਪਾਏ ਹਨ ਅਤੇ ਆਪਣੇ ਮਾਨ ਹੰਕਾਰ ਨੂੰ ਦੂਰ ਨਹੀਂ ਕੀਤਾ। ਜਿਸ ਨੇ ਆਪਣਾ ਹੀ ਗਿਆਨ ਮਾਨ ਵਿੱਚ ਮਤੇ ਹੋਏ ਨੇ ਗਵਾ ਲਿਆ ਹੈ, ਉਹ ਦੂਜੇ ਨੂੰ ਕਿਸ ਤਰ੍ਹਾਂ ਮੁਕਤੀ ਦੇ ਸਕਦਾ ਹੈ? ਆਪਣੀ ਵਡਿਆਈ ਵਾਸਤੇ ਕਪਟ ਕਰਕੇ ਲੋਕਾਂ ਨੂੰ ਭਰਮਾ ਰਿਹਾ ਹੈ। ਕੰਨ ਪਾੜ ਕੇ, ਕੱਚ ਦੀਆਂ ਮੁੰਦਰਾਂ ਪਾ ਕੇ, ਲੱਕ ਨਾਲ ਸੇਲੀਆਂ ਬੰਨ੍ਹ ਕੇ, ਸਿਰ ਤੇ ਸੁਆਹ ਮਲ ਕੇ ਛਲ ਕਪਟ ਦਾ ਭੇਖ ਧਾਰਨ ਕੀਤਾ ਹੋਇਆ ਹੈ। ਜੋਗ ਦੀ ਜੁਗਤੀ ਤਾਂ ਤੁਸੀਂ ਜਾਣਦੇ ਨਹੀਂ, ਪਰ ਆਪਣੇ ਆਪ ਨੂੰ ਜੋਗੀ ਕਹਿੰਦੇ ਹੋ। ਵਿਅਰਥ ਹੀ ਉਮਰਾਂ ਲੰਮੀਆਂ ਕਰਕੇ ਸ੍ਰੇਸ਼ਟ ਮਾਰਗ ਤੋਂ ਦੂਰ ਹੀ ਤੁਰੇ ਫਿਰਦੇ ਹੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਭੱਗਰਨਾਥ ਲੋਪ ਹੋ ਕੇ ਗੁਰੂ ਗੋਰਖਨਾਥ ਪਾਸ ਆ ਗਿਆ। ਗੁਰੂ ਜੀ ਅੱਗੇ ਤੁਰਦੇ ਤੁਰਦੇ ਉਹਨਾਂ ਪਹਾੜ ਤੇ ਜਾ ਬਿਰਾਜੇ। ਜਦ 3 ਘੜੀਆਂ ਬੀਤ ਗਈਆਂ ਤਾਂ ਗੁਰੂ ਜੀ ਆਪੇ ਹੀ ਮੁਸਕਰਾਏ। ਮਰਦਾਨੇ ਨੇ ਪੁੱਛਿਆ, ਗੁਰੂ ਜੀ ਮੁਸਕਰਾਏ ਕਿਹੜੀ ਗੱਲ ਤੋਂ ਹੋ? ਗੁਰੂ ਜੀ ਨੇ ਕਿਹਾ, ਮਰਦਾਨਾ, ਇੱਕ ਜੋਗੀ ਆ ਰਿਹਾ ਹੈ ਜੋ ਬਹੁਤ ਹੰਕਾਰੀ ਤੇ ਮਾਨੀ ਹੈ। ਮਰਦਾਨੇ ਨੇ ਕਿਹਾ, ਗੁਰੂ ਜੀ ਆਖੋ ਤਾਂ ਉਸ ਨੂੰ ਚੱਡੇ ਗਾਟੇ ਕਰਦੇ ਹਾਂ। ਇਹ ਵਿਅਰਥ ਹੀ ਕਿਉਂ ਆਣ ਸਾਨੂੰ ਤੰਗ ਕਰਦੇ ਹਨ? ਗੁਰੂ ਜੀ ਨੇ ਹੱਸ ਕੇ ਕਿਹਾ, ਮਰਦਾਨਾ, ਇੱਥੇ ਹੱਥ ਦੀ ਲੜਾਈ ਨਹੀਂ ਹੈ, ਇੱਥੇ ਬਚਨਾਂ ਦੀ ਚਤੁਰਾਈ ਦੀ ਲੜਾਈ ਹੈ। ਇੰਨੇ ਵਿੱਚ ਕਨੀਫਾ ਨਾਮ ਦਾ ਸਿੱਧ ਆ ਗਿਆ। ਉਸ ਨੇ ਪੁੱਛਿਆ, ਤੁਸੀਂ ਕਦੇ ਅੱਗੇ ਵੀ ਇੱਥੇ ਆਏ ਹੋ ਜਾਂ ਪਹਿਲੀ ਵਾਰ ਹੀ ਆਏ ਹੋ? ਹੁਣ ਅੱਗੇ ਕਿੱਥੇ ਜਾਓਗੇ? ਤੇਰਾ ਨਾਮ ਕੀ ਹੈ? ਮੈਂ ਤੈਨੂੰ ਠੀਕ ਕਹਿੰਦਾ ਹਾਂ ਕਿ ਮੇਰੇ ਪਾਸੋਂ ਉਪਦੇਸ਼ ਲੈ ਲਵੋ, ਨਹੀਂ ਤਾਂ ਤੇਰਾ ਸਾਰਾ ਮਾਨ ਮੈਂ ਚੂਰ ਕਰ ਦਿਆਂਗਾ। ਗੁਰੂ ਜੀ ਨੇ ਕਿਹਾ, ਜੇ ਅਸੀਂ ਅੱਗੇ ਇੱਥੇ ਨਾ ਆਏ ਹੁੰਦੇ ਤਾਂ ਫਿਰ ਅਸੀਂ ਹੁਣ ਕਿੱਥੇ ਕਿਸ ਤਰ੍ਹਾਂ ਪਹੁੰਚ ਜਾਂਦੇ? ਮੇਰਾ ਨਾਮ ਨਾਨਕ ਹੈ। ਤੇਰੇ ਪਾਸ ਜੇਕਰ ਕੋਈ ਅਗਿਆਨ ਅੰਧੇਰਾ ਦੂਰ ਕਰਨ ਵਾਲਾ ਉਪਦੇਸ਼ ਹੈ ਤਾਂ ਸਾਨੂੰ ਦੱਸ, ਨਹੀਂ ਤਾਂ ਇਵੇਂ ਕੀ ਬਰੜਾਉਂਦਾ ਹੈ? ਸਾਨੂੰ ਕਰਤਾਰ ਦੇ ਵੇਖਣ ਦੀ ਇੱਛਾ ਹੈ, ਉਸ ਤੋਂ ਬਿਨਾਂ ਸਾਡਾ ਮਨ ਨਹੀਂ ਠਹਿਰਦਾ। ਕਨੀਫੇ ਨੇ ਕਿਹਾ, ਤੁਸੀਂ ਕੰਨ ਪੜਵਾ ਕੇ ਕੱਚ ਦੀਆਂ ਮੁੰਦਰਾਂ ਪਾ ਲਵੋ ਅਤੇ ਗਲ ਵਿੱਚ ਖਿੰਤਾ ਪਹਿਨ ਕੇ ਜੋਗ ਰੀਤੀ ਧਾਰਨ ਕਰ ਲਵੋ। ਸਿੱਧਾਂ ਵਿੱਚ ਮਿਲ ਕੇ ਸਰੀਰ ਤੇ ਸੁਆਹ ਮਲ ਕੇ ਭੀਖ ਮੰਗ ਕੇ ਖਾਵੋ। ਤੇਰਾ ਬੁਢਾਪਾ ਦੂਰ ਹੋ ਜਾਏ ਤੇ ਕਾਲ ਦਾ ਭੈ ਨਹੀਂ ਰਹੇਗਾ। ਮਨ ਵਿੱਚ ਫੈਸਲਾ ਕਰਕੇ ਸਾਡਾ ਸ਼੍ਰੇਸ਼ਟ ਮਤ ਧਾਰਨ ਕਰਕੇ ਅਮਰ ਹੋ ਜਾਓ। ਗੁਰੂ ਜੀ ਨੇ ਕਿਹਾ, ਅਸਾਂ ਮੋਹ ਮਾਨ ਨੂੰ ਚੀਰ ਕੇ ਗਰੀਬੀ ਗਿਆਨ ਦੀਆਂ ਮੁੰਦਰਾਂ ਪਾਈਆਂ ਹਨ। ਈਸ਼ਵਰ ਧਿਆਨ ਦੀ ਖਿੰਤਾ ਗੱਲ ਪਾਈ ਹੈ ਜੋ ਕਦੀ ਨਾਸ ਨਹੀਂ ਹੁੰਦੀ। ਸੰਤੋਖ ਦੀ ਸਰੀਰ ਤੇ ਭਸਮ ਲਗਾਈ ਹੈ ਅਤੇ ਸੁਨ ਮੰਡਲ ਦੀ ਭੀਖ ਲੈਂਦੇ ਹਨ ਅਤੇ ਨਾਮ ਵਿੱਚ ਲਿਵ ਲਾਈ ਹੋਈ ਹੈ, ਜਿਸ ਨਾਲ ਅਸਾਂ ਸੁੱਖਾਂ ਦੀ ਰਾਸ ਆਪਣੇ ਸਰੂਪ ਨੂੰ ਵੇਖਿਆ ਹੈ। ਅਸਾਂ ਕਾਲ ਨੂੰ ਗੁਰੂ ਦਾ ਸ਼ਬਦ ਚਮਾ ਕੇ ਭਜਾ ਦਿੱਤਾ ਹੈ। ਬੁਢਾਪਾ ਇਸ ਤਰ੍ਹਾਂ ਦੂਰ ਕਰਕੇ ਹਰੀ ਰੂਪ ਵਿੱਚ ਅਸਾਂ ਨਿਵਾਸ ਕੀਤਾ ਹੈ।
ਕਨੀਫਾ ਸਿੱਧ ਗੁਰੂ ਜੀ ਦੇ ਇਹ ਬਚਨ ਸੁਣ ਕੇ ਆਪ ਜੀ ਨੂੰ ਪੂਰਨ ਪੁਰਖ ਕੇ ਵਾਪਸ ਚਲਿਆ ਗਿਆ। ਇਸ ਨੇ ਪਿੱਛੋਂ ਇੱਕ ਦੂਸਰਾ ਸਿੱਧ ਹਨੀਫਾ ਆ ਗਿਆ। ਉਸ ਨੇ ਕਿਹਾ, हे ਬਾਲੇ, ਆਦੇਸ਼ ਹੈ। ਗੁਰੂ ਜੀ ਨੇ ਕਿਹਾ, एक अंकार को आदेश है। हनीफा आओ बैठ जाओ। हनीफा बड़ा हैरान होया कि इन्हां नूं मेरे नां दा किस तरह पता है, जां इस नूं किसी ने दस दिता होगा ते जां इह तिन काल जानन वाला है। हनीफे ने पुछया, तुहानूं मेरा नाम किस तरह आउंदा है? गुरु जी ने कहा, हनीफा सुन, तेरे पिता दा नाम कंक करण सी, जो सीलपुर नगर दा राजा सी। जद ओह मरिया तेरी उम्र उस समय 17 साल दी सी। एक दिन तू जंगल विच शिकार करके बहुत सारे जानवर मार के जद वापस रहा सी तां रस्ते विच तैनूं गोरख मिलिया। उस ने तैनूं कहा, जिस तरह तू अपनी जीभा दे स्वाद करके इन्हां नूं मारिया है, तिवें ही इह तैनूं मारनगे। इह गल सुण के तू डर के कहा, हे नाथ जी, मेरे ते दया करो, जिस करके इह दुख भोगण वास्ते मैं मरा ना। गोरख ने कहा, जे तू सिर मुन के सिर सुआह मल के अते कन्नां विच मुंदरा पा के जोग धारण कर लवें तां तेरी देही स्थिर रहेगी, तू मरेगा नहीं। तद तो तू उस वक्त गोरख तो जोग धारण करके सिद्ध बन गया। जद हनीफे ने यह अपना हाल सुनिया तां ओह गुरु जी नूं पूर्ण हरि अवतार जान के नमस्कार करके बोलिया, दोहरा, कौन थान देओ मुझे, सो तुम देह बताए, जानो मैं अवतार तब भव तारन हित आए। भावार्थ, हनीफे ने पुछया, मैनू किस स्थान ते गोरख ने मुन्निया सी, मैं तद समझांगा कि तुसी परमेश्वर दा अवतार धार के संसार नूं उतारन वास्ते आए हो। गुरु जी ने कहा, तेरा सिर लुंडे पिपल हेठा मुन्निया सी, तो तू सब घर बार इस्त्री पुरुष छड्ड के उन्हां दी कोई खबर नहीं लई। यह गल सुन के हनीफे नूं तसल्ली हो गई ते उसने हथ जोड़ के गुरु जी के चरणों ते मत्था टेकिया। गोरख पास वापस जाके कहा कि वह तपा बड़ा कलावान है। हनीफे की गल सुन के गोरख ने भूतवे नाथ नूं भेजिया। उसने गुरु नूं कहा, बाले हट छड्ड दे। गुरु गोरख की चरनी लग के अपने जन्म मरण नूं क्यों नहीं मिटा लैंदा? गुरु जी ने कहा, खाली ਉਹ ਰਹਿੰਦਾ ਹੈ ਜਿਹੜਾ ਨਾਮ नहीं जपदा। ਹੁਣ ਅਸੀਂ ਪਿੱਛੇ हट के नहीं जावांगे, ਤੁਹਾਡੇ पास पहुँच के ਤੁਹਾਡਾ ਮਾਨ दूर करके सब नूं चरनी लावांगे। जन्म मरण तो वह डरदा है जिहड़ा शरीर नाल प्यार करदा है। ज्ञानी लोग देह नाल प्यार नहीं करते ते जन्म मरण तो डरदे नहीं। यह बचन सुन के भूतवे ने वापस जाके गोरख नूं दस्सिया कि वह बहुत ज्ञानवान हन, मैं उन्हां नूं अधीन नहीं कर सकिया। तद गोरखनाथ ने चरपटनाथ नूं गुरु जी पास भेजिया। वह गुस्से नाल पास आण के कहेगा, तुहाडा आसन कित्थे है? भोजन किहड़ा छकदे हो? सेज विछा के आराम कित्थे करदे हो? किहड़ा कपड़ा पहनदे हो? गुरु जी ने उत्तर दिता, साडा बैठण नूं आसन शरीर दे अंदर है, भोजन साडा नाम सिमरन दा है। शरीर उत्ते कपड़े खिमा दे पहने हुए हन। 10वें द्वार विच सुंदर सहजा विछी हुई है, उत्थे आराम करना। यह उत्तर सुन के चरपटनाथ ठंडा होके गोरखनाथ पास जाके कहन लगा कि वह निरुत्तर नहीं हुंदा, कोई पूर्ण पुरख है। चरपट की यह गल सुन के झंगर जोगी उठ्या कि मैं जाके वेखदा हाँ ओह की है। गुरु जी पास आन के बैठ के कहन लगा, बच्चे नूं बिना दुधों किस तरह पालदे हो? तुहाडा नाम की है? कित्थे जाओगे? किस देश रहिंदे हो? तुहाडा भेस की है? गुरु जी ने कहा, हे भोंदू झंगरनाथ, साडा नाम नानक है। नाम नाल लिव ला के बालक मन नूं पालिया है। जिथे साडा काम है उत्थे जावांगे। कल्याण रूप साडा है। गोरखनाथ सुमार्ग तो भुल के लंबी उम्र करके बहुत मानी हंकारी हो गया है। यह बचन सुन के झंगरनाथ शर्मिंदा हो के वापस गोरख पास जाके कहन लगा, उस नूं कोई दलील निरुत्तर नहीं कर सकती, वह तत्काल ही उत्तर दिंदा है। तद संगर सिद्ध ने कहा, मैं जाके उस नूं निरुत्तर कहां। गोरख तो आग्या लैके गुरु जी वल आया। इन्ने नूं गुरु जी मीना पर्बत उत्ते जा पहुंचे ते आसन ला के बैठ गए। संगर ने आण के कहा, हे बाले, आदेश है। गुरु जी हस के चुप कर रहे, कोई उत्तर ना दिता। तद संगरनाथ ने गुस्से नाल कहा, माई मुंडा उत्तर नहीं दिंदा ते हसदा है। गुरु जी ने कहा, माई मुंडा तेरा गोरख है, जिसने तेनू सिक्ख्या कोई नहीं दिती ते तेरा सिर मूँह मुन के कन्ना विच उंदरा पा के तेनू मूर्ख बना दिता है।
ਤੂੰ ਸਿਰ ਮੁੰਨ ਕੇ ਆਪਣੀ ਕੁਲ ਨੂੰ ਲਾਜ ਲਵਾਈ ਹੈ ਅਤੇ ਸਰੀਰ ਉੱਤੇ ਸੁਆਹ ਮਲ ਕੇ ਜਨਮ ਨਿਸਫਲ ਕਰ ਲਿਆ। ਜਿਸ ਤਰ੍ਹਾਂ ਪਾਣੀ ਵਿੱਚ ਡੱਡੂ ਕਮਲ ਦੀ ਸਾਰ ਨਹੀਂ ਜਾਣਦਾ, ਇਸ ਤਰ੍ਹਾਂ ਹੀ ਤੂੰ ਜੋਗੀ ਬਣ ਕੇ ਜੋਗ ਨੂੰ ਲਾਜ ਲਾਈ ਹੈ। ਸੰਗਰ ਨੇ ਸ਼ਰਮਿੰਦੇ ਹੋ ਕੇ ਕਿਹਾ, ਉਹ ਕਿਹੜੀ ਜੁਗਤੀ ਹੈ ਜਿਸ ਨਾਲ ਕ੍ਰੋਧ ਨੂੰ ਜਿੱਤ ਲਈਏ, ਕਾਮ ਨੂੰ ਨਾਸ਼ ਕਰ ਦਈਏ। ਸਿਰ ਤੋਂ ਮੌਤ ਕਿਸ ਤਰ੍ਹਾਂ ਟਲ ਸਕਦੀ ਹੈ, ਮਨ ਤੋਂ ਲੋਭ ਦੂਰ ਹੋ ਜਾਵੇ ਅਤੇ ਕਿਹੜੀ ਜੁਗਤੀ ਕਰਕੇ ਅਮਰ ਪਦ ਮਿਲਦਾ ਹੈ। ਮਾਇਆ ਨੂੰ ਤਿਆਗ ਕੇ ਪੁਰਸ਼ ਸੰਸਾਰ ਵਿੱਚ ਕਿਸ ਤਰ੍ਹਾਂ ਰਹੇ। ਗੁਰੂ ਜੀ ਬੋਲੇ, ਕ੍ਰੋਧ ਨੂੰ ਸ਼ਾਂਤੀ ਨਾਲ ਜਿੱਤੀਏ, 3 ਗੁਣ ਤਿਆਗ ਕੇ ਅਤੀਤ ਹੋਵੇ ਅਤੇ ਗੁਰੂ ਉਪਦੇਸ਼ ਦੁਆਰਾ ਗਿਆਨ ਪ੍ਰਾਪਤ ਕਰਕੇ ਕਾਮ ਨੂੰ ਨਸ਼ਟ ਕਰੀਏ। ਸੰਤੋਖ ਧਾਰਨ ਨਾਲ ਲੋਭ ਮਿਟਦਾ ਹੈ, ਹਰੀ ਦਾ ਧਿਆਨ ਧਰਨ ਨਾਲ ਅਮਰ ਪਦਵੀ ਪਾਈਦੀ ਹੈ। ਸੰਤਾਂ ਦੀ ਸੰਗਤ ਕਰਕੇ ਮਾਇਆ ਤੋਂ ਅਲੇਪ ਰਹੇ ਅਤੇ ਵਿਸ਼ਿਆਂ ਨੂੰ ਜਾਣ ਕੇ ਮਨ ਤੋਂ ਭੁਲਾ ਦੇਈਏ। ਪ੍ਰੇਮ ਨਾਲ ਭਗਤੀ ਕਰਨੀ ਇਹ ਵੱਡੀ ਸ਼੍ਰੇਸ਼ਟ ਜੁਗਤੀ ਹੈ। ਤਨ ਦੇ ਮੋਹ ਨੂੰ ਤਿਆਗ ਕੇ ਨਿਰਲੇਪ ਰਹੀਦਾ ਹੈ। ਇਹ ਉੱਤਮ ਬਚਨ ਸੁਣ ਕੇ ਸੰਗਰਨਾਥ ਨਿਰੁੱਤਰ ਹੋ ਕੇ ਸੁਮੇਰ ਵੱਲ ਚਲਿਆ ਗਿਆ। ਫੇਰ ਸੰਭਾਲ ਕਾ ਸਿੱਧ ਗੁਰੂ ਜੀ ਪਾਸ ਆਇਆ। ਉਸ ਨੇ ਕਿਹਾ, ਤੁਸੀਂ ਸੰਸਾਰ ਦਾ ਕਾਰ ਵਿਹਾਰ ਛੱਡ ਕੇ ਉਦਾਸੀ ਕਿਉਂ ਧਾਰਨ ਕੀਤੀ ਹੈ? ਜੋਗ ਧਾਰਨ ਤੋਂ ਬਿਨਾਂ ਕੋਈ ਕੰਮ ਪੂਰਾ ਨਹੀਂ ਹੋ ਸਕਦਾ। ਤੁਸੀਂ ਜੋਗ ਧਾਰਨ ਕਰ ਲਵੋ। ਗੁਰੂ ਜੀ ਨੇ ਕਿਹਾ, ਦੋਹਰਾ ਸੁਨ ਬੋਲੇ ਪੰਕਜ ਬਦਨ, ਜੈ ਅਲੰਬ ਹੈ ਜੋਗ, ਸੋ ਨੀਕੀ ਬਿਦ ਸੋ ਗਹਿਓ, ਕਬਹਿ ਨਾ ਕਰੋ ਵਿਯੋਗ। ਅਰਥਾਤ, ਹੇ ਸੰਭਾਲਕਾ, ਜਿਸ ਦੇ ਆਸਰੇ ਹੁੰਦਾ ਹੈ ਉਹ ਅਸਾਂ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਹੋਇਆ ਹੈ, ਉਸ ਦਾ ਤਿਆਗਣਾ ਅਸੀਂ ਕਦੀ ਨਹੀਂ ਕਰਦੇ। ਸੰਭਾਲਕਾ ਵੀ ਇਹ ਸਿਧਾਂਤ ਸਮਝ ਕੇ ਸੁਮੇਰ ਦੀ ਚੋਟੀ ਤੇ ਵਾਪਸ ਚਲਿਆ ਗਿਆ ਅਤੇ ਸਾਰੀ ਗੱਲ ਗੋਰਖਨਾਥ ਨੂੰ ਜਾ ਸੁਣਾਈ। ਗੋਪੀ ਚੰਦ ਆਦਿ ਹੋਰ ਸਿੱਧਾਂ ਨਾਲ ਚਰਚਾ। ਭਾਈ ਬਾਲਾ ਕਹਿਣ ਲੱਗਾ, ਗੁਰੂ ਜੀ, ਅਤੇ ਸੰਭਾਲਕਾ ਸਿੱਧ ਗੁਰੂ ਜੀ ਪਾਸੋਂ ਨਿਰੁੱਤਰ ਹੋ ਕੇ ਗੋਰਖਨਾਥ ਪਾਸ ਗਿਆ ਤਾਂ ਗੋਰਖ ਨੇ ਗੋਪੀ ਚੰਦ ਨੂੰ ਭੇਜਿਆ ਕਿ ਤੂੰ ਤਪੇ ਨਾਲ ਚਰਚਾ ਕਰਕੇ ਉਸ ਨੂੰ ਆਪਣੇ ਪੱਖ ਵਿੱਚ ਲਿਆ। ਗੋਪੀ ਚੰਦ ਨੇ ਗੁਰੂ ਜੀ ਪਾਸ ਆਣ ਕੇ ਆਦੇਸ਼ ਆਖੀ। ਗੁਰੂ ਜੀ ਨੇ ਕਿਹਾ, ਏਕ ਓਂਕਾਰ ਨੂੰ ਆਦੇਸ਼ ਹੈ। ਗੋਪੀ ਚੰਦ ਨੇ ਗੁਰੂ ਜੀ ਪਾਸ ਬੈਠ ਕੇ ਕਿਹਾ, ਧਿਆਨੀ ਕੌਣ ਹੈ, ਗਿਆਨੀ ਕੌਣ ਹੈ, ਇਸ਼ਨਾਨੀ ਕੌਣ ਹੈ, ਨਿਰਮਲ ਕੌਣ ਹੈ? ਕਿਸ ਜੁਗਤੀ ਨਾਲ ਦੀਪਕ ਪ੍ਰਕਾਸ਼ ਹੁੰਦਾ ਹੈ, ਕਿਸ ਰਸਤੇ ਚੱਲਣ ਨਾਲ ਰੋਕ ਨਹੀਂ ਹੁੰਦੀ, ਅਤੇ ਉਹ ਘਰ ਕਿਹੜਾ ਹੈ ਜਿੱਥੇ ਸੁੱਖ ਨਾਲ ਬੈਠੀਦਾ ਹੈ? ਉੱਤਰ, ਗੁਰੂ ਜੀ ਦੇ ਧਿਆਨੀ ਉਹ ਹੈ ਜੋ ਬਿਰਤੀ ਨੂੰ ਟਿਕਾ ਕੇ ਰੱਖਦਾ ਹੈ। ਗਿਆਨੀ ਉਹ ਹੈ ਜੋ ਗੁਰੂ ਉਪਦੇਸ਼ ਨੂੰ ਧਾਰਦਾ ਹੈ, ਅਤੇ ਨਿਰਮਲ ਉਹ ਹੈ ਜਿਹੜਾ ਗੁਰਬਾਣੀ ਨਾਲ ਪ੍ਰੇਮ ਲਾਉਂਦਾ ਹੈ। ਇਸ਼ਨਾਨੀ ਉਹ ਹੈ ਜੋ ਸ਼ਰਧਾ ਨਾਲ ਗੁਰੂ ਦਾ ਦਰਸ਼ਨ ਕਰਦਾ ਹੈ। ਜਦ ਕਮਲ ਸਿੱਧ ਹੁੰਦਾ ਹੈ ਤਾਂ ਦੀਪਕ ਜਗਦਾ ਹੈ। ਪਰਮਾਤਮਾ ਦੇ ਭਾਣੇ ਨੂੰ ਮੰਨਣ ਨਾਲ ਰਸਤੇ ਵਿੱਚ ਰੋਕ ਨਹੀਂ ਪੈਂਦੀ। ਤ੍ਰਿਕੁਟੀ ਲੰਘ ਕੇ ਸੁੱਖ ਘਰ ਦਸਮ ਦੁਆਰ ਵਿੱਚ ਬੈਠੀਦਾ ਹੈ। ਇਹ ਉੱਤਰ ਸੁਣ ਕੇ ਗੋਪੀ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਚੱਲੋ, ਸਿੱਧ ਮੰਡਲੀ ਵਿੱਚ ਚੱਲ ਕੇ ਦਰਸ਼ਨ ਦਿਓ। ਗੁਰੂ ਜੀ ਨੇ ਕਿਹਾ, ਤੁਸੀਂ ਚੱਲੋ, ਅਸੀਂ ਆਪਣੀ ਮੌਜ ਨਾਲ ਆਉਂਦੇ ਹਾਂ। ਗੋਪੀ ਚੰਦ ਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਉਹ ਤਪਾ ਜੀ ਪੂਜਣਯੋਗ ਹਨ, ਇੱਥੇ ਹੀ ਆ ਰਹੇ ਹਨ। ਤਦ ਗੋਰਖਨਾਥ ਨੇ ਈਸ਼ਰਨਾਥ ਨੂੰ ਆਖਿਆ, ਤੂੰ ਜਾ ਕੇ ਉਸ ਤਪੇ ਨੂੰ ਨਿਰੁੱਤਰ ਕਰਕੇ ਪਿੱਛੇ ਮੋੜ ਆ, ਅੱਗੇ ਨਾ ਜਾਵੇ, ਜਾਂ ਫਿਰ ਆਪਣਾ ਚੇਲਾ ਬਣਾ ਕੇ ਲਿਆਉਣਾ। ਈਸ਼ਰਨਾਥ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਗੋਰਖਨਾਥ ਪਾਸ ਚੱਲ ਕੇ ਜੋਗ ਲਵੋ, ਜੋਗ ਮਤ ਸਭ ਤੋਂ ਸ਼੍ਰੇਸ਼ਟ ਹੈ। ਗੁਰੂ ਜੀ ਨੇ ਉੱਤਰ ਦਿੱਤਾ, ਦੇਹੀ ਜਾਂ ਤੱਤਾਂ ਦੀ ਹੈ, ਤੇਰੇ ਮੇਰੇ ਵਿੱਚ ਕੋਈ ਭਿੰਨ ਭੇਤ ਨਹੀਂ। ਜੇ ਤੂੰ ਆਤਮਾ ਬਾਬਤ ਪੁੱਛਣਾ ਚਾਹੁੰਦਾ ਹੈ, ਆਤਮਾ ਸਰਬ ਵਿਆਪਕ ਹੈ। ਆਉਣਾ ਜਾਣਾ ਤਦ ਹੋਵੇ ਜੇਕਰ ਉਹ ਕਿਸੇ ਥਾਂ ਵਿਆਪਕ ਨਾ ਹੋਵੇ, ਉਹ ਅੰਦਰ ਬਾਹਰ ਪੂਰਨ ਹੈ। ਇਸ ਕਰਕੇ ਇਹ ਤੇਰਾ ਪ੍ਰਸ਼ਨ ਨਿਸਫਲ ਹੈ। ਹੁਣ ਪ੍ਰਸ਼ਨ ਕਰਨ ਵਾਸਤੇ ਗੋਰਖ ਨੂੰ ਪੁੱਛ ਕੇ ਆ। ਇਹ ਗੱਲ ਸੁਣ ਕੇ ਈਸ਼ਰਦਾਸ ਵੀ ਸ਼ਰਮਿੰਦਾ ਹੋ ਕੇ ਵਾਪਸ ਚਲਿਆ ਗਿਆ। ਗੋਰਖ ਨੇ ਦੱਸਿਆ ਕਿ ਚਰਚਾ ਕਰਕੇ ਉਹ ਨਹੀਂ ਜਿੱਤਿਆ ਜਾਂਦਾ। ਫਿਰ ਲੰਗਰ ਸਿੱਧ ਆਗਿਆ ਲੈ ਕੇ ਗੁਰੂ ਜੀ ਪਾਸ ਆਇਆ। ਲੰਗਰ ਨੇ ਆਣ ਕੇ ਗੁਰੂ ਜੀ ਨੂੰ ਆਦੇਸ਼ ਕਰਕੇ ਕਿਹਾ ਕਿ ਸੁਮੇਰ ਉੱਤੇ ਚੱਲੋ। ਗੋਰਖ ਤੋਂ ਸ਼੍ਰੇਸ਼ਟ ਉਪਦੇਸ਼ ਲੈ ਕੇ ਸਿਰ ਤੋਂ ਮੌਤ ਦਾ ਡਰ ਦੂਰ ਕਰਵਾ ਲਓ। ਗੁਰੂ ਜੀ ਨੇ ਕਿਹਾ, ਹੇ ਲੰਗਰਨਾਥ, ਉਹ ਕਿਹੜੀ ਵਸਤੂ ਹੈ ਜਿਹੜੀ ਮਰਦੀ ਹੈ? ਦੇਹੀ 5 ਭੂਤਾਂ ਦੀ ਹੈ। ਇਹਨਾਂ 5 ਵਿੱਚੋਂ ਕੋਈ ਤੱਤ ਨਹੀਂ ਮਰਦਾ ਹੈ। ਆਤਮਾ ਨਿਤ ਹੈ, ਇਸ ਦੀ ਕਦੀ ਮੌਤ ਨਹੀਂ ਹੁੰਦੀ। ਇਹ ਸਤ ਚਿੱਤ ਆਨੰਦ ਪਰਮਾਤਮਾ ਨੂੰ ਭੁਲਾ ਕੇ ਜੀਵ ਬਣ ਗਿਆ ਹੈ। ਤੇਰਾ ਇਹ ਪ੍ਰਸ਼ਨ ਹੀ ਅਰਥ ਹੈ, ਤੂੰ ਆਪਣੇ ਗੋਰਖ ਨੂੰ ਜਾ ਕੇ ਪੁੱਛ ਲੈ। ਇਹ ਬਚਨ ਸੁਣ ਕੇ ਲੰਗਰ ਵੀ ਚੁੱਪ ਕਰਕੇ ਪਿੱਛੇ ਮੁੜ ਗਿਆ
ਤੇ ਸਾਰਾ ਬਿਰਤਾਂਤ ਗੋਰਖ ਨੂੰ ਜਾ ਦੱਸਿਆ। ਤਦ ਗੋਰਖ ਨੇ ਮੰਗਲ ਨਾਥ ਨੂੰ ਆਖਿਆ ਕਿ ਸਾਰੇ ਸਿੱਧ ਹਾਰ ਖਾ ਕੇ ਵਾਪਸ ਆ ਰਹੇ ਹਨ, ਹੁਣ ਤੇਰਾ ਜਾਣਾ ਠੀਕ ਹੈ। ਮੰਗਲ ਨੇ ਕਿਹਾ, ਆਪ ਇਹ ਸਮਝਾ ਦਿਓ ਕਿ ਮੈਨੂੰ ਤਪੇ ਦਾ ਸੁਭਾਵਕ ਦਰਸ਼ਨ ਕਰਨ ਵਾਸਤੇ ਭੇਜ ਰਹੇ ਹੋ ਜਾਂ ਉਸ ਨੂੰ ਉਪਦੇਸ਼ ਦੇਣ ਵਾਸਤੇ। ਗੋਰਖ ਨੇ ਸੋਚ ਕੇ ਆਖਿਆ, ਜਿਵੇਂ ਤੇਰੀ ਮਰਜ਼ੀ ਹੋਵੇ, ਉਸ ਨੂੰ ਮਿਲ ਕੇ ਗੱਲਬਾਤ ਕਰੋ। ਮੰਗਲ ਨੇ ਕਿਹਾ, ਨਾਥ ਜੀ, ਉਸ ਨੂੰ ਅੱਗੇ ਸਾਰੇ ਸਿੱਧ ਵੇਖ ਕੇ ਚਰਚਾ ਕਰ ਆਏ ਹਨ। ਉਹ ਵਿਸ਼ਨੂੰ ਦੇ ਪੂਰਨ ਅਵਤਾਰ ਹਨ। ਜੇ ਇਸ ਨੂੰ ਪਹਿਲਾਂ ਪਰਖ ਲਿਆ ਹੋਵੇ, ਉਸ ਨੂੰ ਫੇਰ ਪਰਖਣਾ ਯਥਾਰਥ ਨਹੀਂ ਹੈ। ਤਾਂ ਵੀ ਤੁਹਾਡੀ ਆਗਿਆ ਦਾ ਪਾਲਣ ਕਰਨ ਵਾਸਤੇ ਜਾਂਦਾ ਹਾਂ। ਗੋਰਖਨਾਥ ਨੇ ਕਿਹਾ, ਮੰਗਲਨਾਥ ਜੀ, ਉਸ ਨੂੰ ਇਸ ਢੰਗ ਨਾਲ ਇੱਥੇ ਲਿਆਓ ਕਿ ਉਹ ਉਪਦੇਸ਼ ਲੈ ਕੇ ਸਾਡਾ ਮਤ ਧਾਰਨ ਕਰ ਲਵੇ। ਮੰਗਲਨਾਥ ਨੇ ਆਣ ਕੇ ਗੁਰੂ ਜੀ ਨੂੰ ਦੋਵੇਂ ਹੱਥ ਜੋੜ ਕੇ ਆਦੇਸ਼ ਕੀਤਾ। ਗੁਰੂ ਜੀ ਨੇ ਆਦਰ ਨਾਲ ਆਪਣੇ ਪਾਸ ਬਿਠਾ ਲਿਆ। ਮੰਗਲਨਾਥ ਨੇ ਕਿਹਾ, ਮੈਂ ਤੁਹਾਡੇ ਦਰਸ਼ਨ ਕਰਕੇ ਕਿਰਤਾਰਥ ਹੋਇਆ ਹਾਂ। ਮੈਂ ਅੱਜ ਨੇ ਵੱਡੇ ਭਾਗ ਸਮਝਦਾ ਹਾਂ ਜੋ ਮੈਨੂੰ ਪ੍ਰਭੂ ਦੇ ਅਨੂਪਮ ਅਵਤਾਰ ਦੇ ਦਰਸ਼ਨ ਦਿੱਤੇ ਹਨ। ਗੁਰੂ ਜੀ ਨੇ ਕਿਹਾ, ਮੰਗਲਨਾਥ, ਤੂੰ ਵੀ ਧਨ ਹੈ ਜੋ ਸਾਰੇ ਸਿੱਧਾਂ ਨਾਲੋਂ ਉੱਤਮ ਰੀਤੀ ਵਾਲਾ ਹੈ। ਤੂੰ ਮਾਨ ਨੂੰ ਤਿਆਗ ਕੇ ਨਿਮਰਤਾ ਧਾਰਨ ਕੀਤੀ ਹੈ। ਮਾਨਸ ਜਨਮ ਦਾ ਦੇ ਇਹੀ ਲਾਭ ਹੈ। ਮਾਨ ਨੂੰ ਤਿਆਗ ਕੇ ਸੰਤਾਂ ਨਾਲ ਮਿੱਠਾ ਬਚਨ ਤੇ ਪ੍ਰੀਤੀ ਕਰੇ। ਮੰਗਲਨਾਥ ਨੇ ਅੱਖਾਂ ਨੀਵੀਆਂ ਕਰਕੇ ਆਖਿਆ, ਮਹਾਰਾਜ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਸ ਨੂੰ ਹੀ ਸ਼੍ਰੇਸ਼ਟ ਮਤ ਆਉਂਦੀ ਹੈ। ਆਪ ਕਿਰਪਾ ਕਰਕੇ ਸੁਮੇਰ ਉੱਤੇ ਚੱਲ ਕੇ ਸਿੱਧਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਜੇ ਨਹੀਂ ਜਾਣਾ ਚਾਹੁੰਦੇ ਤਾਂ ਤੁਹਾਡੇ ਛਕਣ ਵਾਸਤੇ ਕੁਝ ਇੱਥੇ ਹੀ ਲੈ ਆਵਾਂ। ਗੁਰੂ ਜੀ ਨੇ ਕਿਹਾ, ਮੰਗਲਨਾਥ, ਤੇਰਾ ਪ੍ਰੇਮ ਵੇਖ ਕੇ ਹੀ ਅਸੀਂ ਰੱਜ ਗਏ ਹਾਂ। ਨੂੰ ਹੋਰ ਕੁਝ ਛਕਣ ਦੀ ਇੱਛਾ ਨਹੀਂ ਰਹੀ। ਤੁਸੀਂ ਅੱਗੇ ਚੱਲੋ, ਅਸੀਂ ਛੇਤੀ ਹੀ ਆਉਂਦੇ ਹਾਂ। ਮੰਗਲਨਾਥ ਗੁਰੂ ਜੀ ਨੂੰ ਪ੍ਰਸੰਨ ਕਰਕੇ ਅਤੇ ਆਪ ਪ੍ਰਸੰਨ ਹੋ ਕੇ ਗੁਰੂ ਜੀ ਨੂੰ ਨਮਸਕਾਰ ਕੇ ਸੁਮੇਰ ਨੂੰ ਚਲਿਆ ਗਿਆ। ਮਰਦਾਨੇ ਨੇ ਪੁੱਛਿਆ, ਗੁਰੂ ਜੀ, ਇਹ ਜੋਗੀ ਬੜਾ ਮਿੱਠਾ ਬੋਲਦਾ ਸੀ। ਤੁਹਾਡੇ ਨਾਲ ਇਸ ਨੇ ਬੜਾ ਪ੍ਰੇਮ ਕੀਤਾ ਹੈ, ਕੋਈ ਝਗੜਾ ਵਗੜਾ ਨਹੀਂ ਕੀਤਾ। ਗੁਰੂ ਜੀ ਨੇ ਕਿਹਾ, ਮਰਦਾਨਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਰੋੜਾਂ ਵਿੱਚੋਂ ਕੋਈ ਇੱਕ ਹੀ ਪੂਰਾ ਹੁੰਦਾ ਹੈ। ਜਿਸ ਉੱਤੇ ਕਰਤਾਰ ਦੀ ਕਿਰਪਾ ਹੋਵੇ, ਉਸ ਦੀ ਐਸੀ ਅੰਦਰੋਂ ਬਾਹਰੋਂ ਇਕਸਾਰ ਬੁੱਧ ਹੁੰਦੀ ਹੈ। ਮਰਦਾਨੇ ਨੇ ਆਖਿਆ, ਜੀ ਚੱਲੋ, ਹੁਣ ਸਾਰੇ ਸਿੱਧਾਂ ਨੂੰ ਵੇਖਣ ਵਾਸਤੇ ਸੁਮੇਰ ਉੱਤੇ ਚਲੀਏ। ਗੁਰੂ ਜੀ ਨੇ ਕਿਹਾ, ਇੱਕ ਸਿੱਧ ਜਿਸ ਦਾ ਨਾਮ ਸ਼ੰਭੂਨਾਥ ਹੈ, ਉਹ ਆਉਣ ਵਾਲਾ ਬਾਕੀ ਹੈ। ਉਹ ਬਹੁਤ ਹੰਕਾਰੀ ਹੈ। ਮਰਦਾਨੇ ਨੇ ਕਿਹਾ, ਮੰਗਲਨਾਥ ਨਾਲੋਂ ਵੱਡਾ ਹੈ ਜਾਂ ਉਸ ਵਰਗਾ ਹੀ? ਗੁਰੂ ਜੀ ਨੇ ਕਿਹਾ, ਮਰਦਾਨਾ, ਮੰਗਲਨਾਥ ਸਾਰੇ ਸਿੱਧਾਂ ਨਾਲੋਂ ਵੱਡਾ ਹੈ। ਜੇ ਇਸ ਨੇ ਆਪਣੇ ਮਾਨ ਨੂੰ ਦੂਰ ਕੀਤਾ ਹੋਇਆ ਹੈ ਤੇ ਪੂਰਨ ਸੰਤ ਹੈ। ਮਰਦਾਨੇ ਨੇ ਪੁੱਛਿਆ, ਜੇਕਰ ਇਹ ਗੋਰਖ ਤੋਂ ਵੀ ਉੱਚਾ ਹੈ ਤਾਂ ਫਿਰ ਇਸ ਨੇ ਆਪਣੇ ਤੋਂ ਛੋਟੇ ਗੋਰਖ ਨੂੰ ਗੁਰੂ ਕਿਉਂ ਧਾਰਨ ਕੀਤਾ? ਗੁਰੂ ਜੀ ਨੇ ਦੱਸਿਆ ਕਿ ਪਹਿਲੇ ਜਦ ਇਸ ਨੂੰ ਗੋਰਖ ਮਿਲਿਆ ਤਾਂ ਇਸ ਨੇ ਉਸ ਨੂੰ ਗੁਰੂ ਧਾਰਨ ਕਰਕੇ ਜੋਗ ਮਤ ਧਾਰਨ ਕਰ ਲਿਆ। ਇੱਧਰ ਗੁਰੂ ਜੀ ਇਹ ਬਚਨ ਕਰ ਰਹੇ ਸਨ ਕਿ ਸ਼ੰਭੂਨਾਥ ਗੁਰੂ ਜੀ ਪਾਸ ਆ ਕੇ ਬੈਠ ਗਿਆ। ਕਹਿਣ ਲੱਗਾ, ਤੁਸੀਂ ਗੋਰਖ ਦੇ ਚੇਲੇ ਬਣ ਕੇ ਕੰਨਾਂ ਵਿੱਚ ਮੁੰਦਰਾ ਪਾ ਲਵੋ ਅਤੇ ਸਰੀਰ ਤੇ ਸੁਆ ਲਵੋ, ਫਿਰ ਤੁਹਾਨੂੰ ਕੋਈ ਵਿਘਨ ਨਹੀਂ ਲੱਗੇਗਾ। ਜਦ ਹਿਰਦੇ ਵਿੱਚ ਜੋਤ ਪ੍ਰਕਾਸ਼ ਕਰੇਗੀ ਤਾਂ ਕਮਲ ਖਿੜ ਜਾਏਗਾ। ਸੁਨ ਮੰਡਲ ਵਿੱਚ ਜਾ ਕੇ ਸਰੀਰ ਤੋਂ ਮੌਤ ਭੱਜ ਜਾਏਗੀ। ਹੱਥ ਵਿੱਚ ਠੂਠਾ ਫੜ ਕੇ ਗੁਰੂ ਵਾਲੇ ਬਣ ਜਾਓ। ਫਿਰ ਜਿੱਧਰ ਮਨ ਕਰੇ ਜਾਣਾ, ਤੁਹਾਨੂੰ ਕੋਈ ਨਹੀਂ ਰੋਕੇਗਾ। ਜੇ ਤੂੰ ਮੇਰੀ ਇਹ ਗੱਲ ਮੰਨ ਲਵੇਂ ਤਾਂ ਗੋਰਖ ਦਾ ਮਤ ਧਾਰਨ ਕਰ ਲੈ, ਤੇਰੀ ਚੰਗੀ ਬਣੀ ਰਹੇਗੀ। ਰਿੱਧਾਂ ਸਿੱਧਾਂ ਤੇਰੀਆਂ ਦਾਸੀਆਂ ਹੋ ਜਾਣਗੀਆਂ। ਗੁਰੂ ਜੀ ਨੇ ਕਿਹਾ, ਤੁਹਾਡਾ ਸਾਰਿਆਂ ਦਾ ਹੰਕਾਰ ਦੂਰ ਕਰਕੇ ਗੋਰਖ ਨੂੰ ਚੇਲਾ ਕਰਾਂਗਾ। ਸਰੀਰ ਤੇ ਸੁਆਹ ਨਹੀਂ ਲਾਵਾਂਗਾ ਅਤੇ ਨਾ ਹੀ ਕੰਨ ਪੜਵਾ ਕੇ ਮੁੰਦਰਾ ਪਾਵਾਂਗਾ। ਠੂਠਾ ਫੜਨ ਵਾਲਾ ਭਿਖਾਰੀ ਹੁੰਦਾ ਹੈ। ਮੌਤ ਨੂੰ ਅਸਾਂ ਦੂਰ ਕੀਤਾ ਹੋਇਆ ਹੈ, ਉਹ ਦੇ ਨੇੜੇ ਕਦੀ ਨਹੀਂ ਆਉਂਦੀ। ਰਿੱਧਾਂ ਸਿੱਧਾਂ ਸਦਾ ਹਾਜ਼ਰ ਰਹਿੰਦੀਆਂ ਹਨ। ਜੋ ਮੰਗੇ ਉਸ ਨੂੰ ਦਿੰਦੇ ਹਾਂ। ਜਿੱਥੇ ਇੱਛਾ ਹੋਵੇ ਜਾਂਦੇ ਹਾਂ, ਕੋਈ ਰੋਕ ਟੋਕ ਨਹੀਂ ਸਕਦਾ। ਵਿਘਨਾਂ ਦੇ ਨਾਸ਼ ਕਰਨ ਵਾਲਾ ਸੁਨ ਪਦ ਸਾਡਾ ਆਸਨ ਹੈ। ਇਹ ਸਭ ਕੁਝ ਸੁਣ ਕੇ ਸ਼ੰਭੂਨਾਥ ਬੋਲਿਆ, ਤੂੰ ਬੜਾ ਹੰਕਾਰੀ ਹੋ ਕੇ ਮੂੰਹ ਤੋਂ ਔੜੀਆਂ ਬੌੜੀਆਂ ਗੱਲਾਂ ਕਿਉਂ ਕਰ ਰਿਹਾ ਹੈ? ਨਾਥ ਜਤੀ ਤੇ ਸਾਰੇ ਸਿੱਧਾਂ ਵਿੱਚ ਗੋਰਖਨਾਥ ਪ੍ਰਸਿੱਧ ਹੈ। ਤੂੰ ਉਸ ਨੂੰ ਜਾਣਦਾ ਨਹੀਂ ਕਿ ਉਹ ਕਿੰਨੀ ਸ਼ਕਤੀ ਵਾਲਾ ਹੈ। ਤੂੰ ਸਭ ਨੂੰ ਨਿੰਦ ਦਿੱਤਾ ਹੈ। ਤੂੰ ਮਿੱਟੀ ਦਾ ਪੁਤਲਾ ਹੰਕਾਰ ਵਿੱਚ ਭਰਿਆ ਹੋਇਆ ਕੈਸੀਆਂ ਗੱਲਾਂ ਕਰਦਾ ਹੈ? ਗੁਰੂ ਤੋਂ ਬਿਨਾਂ ਕਿਸੇ ਦੀ ਗਤੀ ਨਹੀਂ ਹੁੰਦੀ। ਸਾਰਾ ਸੰਸਾਰ ਹੀ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਗੁਰੂ ਜੀ ਨੇ ਕਿਹਾ, ਮੈਂ ਤੇਰੇ ਗੋਰਖ ਨੂੰ ਜਾਣਦਾ ਹਾਂ, ਜਿਹੜਾ ਸ਼ਿਵ ਜੀ ਦੀ ਬਿੰਦ ਤੋਂ ਹੋਇਆ ਹੈ। ਸਾਡੀ ਨਜ਼ਰ ਏਕੰਕਾਰ ਤੇ ਲੱਗੀ ਹੋਈ ਹੈ। ਸੰਤਾਂ ਸਾਧਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਾਂ। ਗੰਦਾ ਜਾਂ ਮੈਲ ਰਹਿਤ ਸਾਰਾ ਜਗਤ ਹੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਸਭ ਦੇ ਸਰੀਰ ਇੱਕ ਸਮਾਨ ਹਨ, ਜੋ ਹੰਕਾਰ ਨਾਲ ਨਾਸ ਹੁੰਦੇ ਹਨ। ਇੱਕ ਭਗਤ ਦਾ ਸਰੀਰ ਉੱਤਮ ਹੈ। ਸਾਰੇ ਸਿੱਧ
ਔਰੇ ਬੌਰੇ ਹਨ ਜੋ ਹੰਕਾਰ ਨੇ ਹੌਲੇ ਕੀਤੇ ਹੋਏ ਹਨ। ਸ਼ੰਭੂਨਾਥ ਨੇ ਕਿਹਾ, ਜੋਗੀ ਦੀ ਜੁਗਤੀ ਨਾਲ ਮੁਕਤੀ ਪਾਈ ਦੀ ਹੈ, ਪਰ ਤੁਸੀਂ ਜੋਗੀਆਂ ਜਤੀਆਂ ਨੂੰ ਨਜ਼ਰ ਹੇਠਾਂ ਨਹੀਂ ਲਿਆਉਂਦੇ। ਇਹਨਾਂ ਤੋਂ ਕੌਣ ਵੱਡਾ ਤੇ ਉੱਤਮ ਹੈ? ਜੇ ਇਹ ਨਹੀਂ ਤਾਂ ਫੇਰ ਹੋਰ ਕਿਸ ਨੂੰ ਵੱਡਾ ਆਖਦੇ ਹੋ? ਚੰਗੀ ਇਹੀ ਹੈ ਕਿ ਗੋਰਖ ਪਾਸੋਂ ਉਪਦੇਸ਼ ਲੈ ਕੇ ਯੋਗ ਪਦ ਧਾਰਨ ਕਰ ਲਵੋ, ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਓਗੇ। ਗੁਰੂ ਜੀ ਨੇ ਕਿਹਾ ਕਿ ਨਾਮ ਤੋਂ ਬਿਨਾਂ ਯੋਗ ਕਦੀ ਪੂਰਾ ਨਹੀਂ ਹੁੰਦਾ, ਇਸ ਕਰਕੇ ਅਸਾਂ ਨਾਮ ਨਾਲ ਲਿਵ ਲਾਈ ਹੈ, ਜੇ ਇਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਪਾਪੀਆਂ ਨੂੰ ਤਾਰਨ ਵਾਲਾ, ਦਾਸਾਂ ਹਿੱਤ, ਦੈਂਤਾਂ ਨੂੰ ਮਾਰਨ ਵਾਲਾ, ਮੋਹ ਨਾਸ਼ ਕਰਨ ਵਾਲਾ ਅਤੇ ਗਿਆਨ ਦੇਣ ਵਾਲਾ ਨਾਮ ਹੀ ਹੈ। ਨਾਮ ਜਪਣ ਵਾਲਾ ਨਾ ਜੰਮਦਾ ਹੈ ਨਾ ਮਰਦਾ ਹੈ। ਨਾਮ ਨਾਲ ਸਿਰ ਤੋਂ ਕਾਲ ਟਲ ਜਾਂਦਾ ਹੈ, ਸਹਿਜ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ। ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ। ਨਾਮ ਤੋਂ ਬਿਨਾਂ ਜਿੰਨੇ ਹੋਰ ਸਾਧਨ ਹਨ ਉਹ ਸਭ ਪੈਰਾਂ ਨੂੰ ਬੰਨਣ ਵਾਲੀਆਂ ਬੇੜੀਆਂ ਹਨ। ਇਹ ਸੁਣ ਕੇ ਸ਼ੰਭੂਨਾਥ ਨੇ ਕਿਹਾ, ਤੁਸੀਂ ਸਮਝਾਉਣ ਨਾਲ ਸਮਝਦੇ ਨਹੀਂ, ਤੁਹਾਡੇ ਨਾਲ ਕੌਣ ਵਿਅਰਥ ਬੋਲੇ। ਇਹ ਆਖ ਕੇ ਸ਼ੰਭੂਨਾਥ ਸੁਮੇਰ ਨੂੰ ਚਲਿਆ ਗਿਆ। ਜਦ ਗੋਰਖ ਨੇ ਪੁੱਛਿਆ, ਤਪੇ ਨਾਲ ਕੈਸੀ ਗੱਲਬਾਤ ਹੋਈ ਹੈ, ਉਪਦੇਸ਼ ਲੈਣਾ ਮੰਨਦਾ ਹੈ ਕਿ ਨਹੀਂ? ਸ਼ੰਭੂ ਨੇ ਕਿਹਾ, ਨਾਥ ਜੀ, ਉਹ ਤਾਂ ਉਲਟ ਪੁਲਟ ਗੱਲਾਂ ਕਰਦਾ ਹੈ, ਉਪਦੇਸ਼ ਹੀ ਮੰਨਦਾ। ਤਦ ਗੋਰਖ ਨੇ ਹੱਸ ਕੇ ਮੰਗਲ ਨੂੰ ਕਿਹਾ, ਮੰਗਲਨਾਥ, ਕੀ ਇਹ ਸੱਚ ਕਹਿੰਦਾ ਹੈ ਜਾਂ ਝੂਠ? ਤੂੰ ਸਾਨੂੰ ਹੋਰ ਤਰ੍ਹਾਂ ਹੀ ਦੱਸਿਆ ਸੀ। ਮੰਗਲ ਨੇ ਕਿਹਾ, ਨਾਥ ਜੀ, ਮੈਂ ਕੁਝ ਨਹੀਂ ਕਹਿੰਦਾ, ਜਦ ਉਹ ਇੱਥੇ ਆਵੇਗਾ ਤਾਂ ਤੁਸੀਂ ਆਪ ਹੀ ਵੇਖ ਲੈਣਾ। ਸ਼ੰਭੂਨਾਥ ਗੁੱਸੇ ਨਾਲ ਬੋਲਿਆ, ਨਾਥ ਜੀ, ਇਹ ਤਾਂ ਪੱਖ ਕਰਦਾ ਹੈ, ਜੇ ਇਸ ਨੂੰ ਉਹ ਵੱਡਾ ਜਾਪਦਾ ਹੈ ਤਾਂ ਫਿਰ ਉਸ ਪਾਸ ਹੀ ਚਲਿਆ ਜਾਵੇ, ਇਸ ਨੂੰ ਕੌਣ ਰੋਕਦਾ ਹੈ? ਮੈਂ ਤਾਂ ਚੰਗੀ ਤਰ੍ਹਾਂ ਗੱਲਬਾਤ ਕਰਕੇ ਜਿਸ ਤਰ੍ਹਾਂ ਉਸ ਨੂੰ ਵੇਖਿਆ ਹੈ ਉਸ ਤਰ੍ਹਾਂ ਹੀ ਤੁਹਾਨੂੰ ਆਣ ਕੇ ਦੱਸ ਦਿੱਤਾ ਹੈ। ਮੰਗਲਨਾਥ ਨੇ ਕਿਹਾ, ਸ਼ੰਭੂਨਾਥ, ਉਹ ਜੋਗੀ ਨਹੀਂ ਹੈ ਜਿਹੜਾ ਭਲੇ ਬੁਰੇ ਨੂੰ ਆਖੇ। ਤੂੰ ਉਹਨਾਂ ਦਾ ਨੂੰ ਪੁੱਛ ਵੇਖ ਜਿਹੜੇ ਤਪੇ ਪਾਸੋਂ ਹੋ ਆਏ ਹਨ, ਉਹ ਕੀ ਕਹਿੰਦੇ ਹਨ। ਹੰਕਾਰ ਕਰਕੇ ਜਿਹੜਾ ਕਿਸੇ ਨੂੰ ਬੁਰਾ ਕਹਿਣਾ ਹੈ, ਇਹ ਜੋਗੀ ਪੁਣਾ ਨਹੀਂ ਹੈ। ਇਹ ਗੱਲਾਂ ਸੁਣ ਕੇ ਸ਼ੰਭੂਨਾਥ ਸ਼ਰਮਿੰਦਾ ਹੋ ਕੇ ਹੋਰ ਸਿੱਧਾ ਨੂੰ ਪੁੱਛਣ ਲੱਗਾ, ਤੁਸਾਂ ਜਿਵੇਂ ਤਪੇ ਨੂੰ ਵੇਖਿਆ ਹੈ ਦੱਸੋ। ਸਿੱਧਾ ਨੇ ਕਿਹਾ, ਤੁਹਾਨੂੰ ਸਾਰਿਆਂ ਨੂੰ ਉਹਨਾਂ ਨੂੰ ਉੱਤਰ ਕਰਕੇ ਭੇਜਿਆ ਹੈ, ਜੇ ਫੇਰ ਵੀ ਤੁਸੀਂ ਉਹਨਾਂ ਨੂੰ ਵੱਡਾ ਨਹੀਂ ਸਮਝਿਆ ਤਾਂ ਫੇਰ ਹੋਰ ਕਿਸ ਤਰ੍ਹਾਂ ਸਮਝੋਗੇ। ਸਿੱਧਾ ਸਾਧਾ ਨੂੰ ਮਾਣ ਨਹੀਂ ਕਰਨਾ ਚਾਹੀਦਾ, ਨਿਰਮਾਣ ਰਹਿਣਾ ਚਾਹੀਦਾ ਹੈ। ਪਰਾਏ ਗੁਣ ਸੁਣ ਕੇ ਮਨ ਵਿੱਚ ਈਰਖਾ ਨਹੀਂ ਕਰਨੀ ਚਾਹੀਦੀ। ਇਹ ਗੱਲਾਂ ਸੁਣ ਕੇ ਸ਼ੰਭੂਨਾਥ ਸ਼ਰਮਿੰਦਾ ਹੋ ਗਿਆ ਅਤੇ ਮੰਗਲਨਾਥ ਬਹੁਤ ਪ੍ਰਸੰਨ ਹੋ ਕੇ ਗੁਰੂ ਜੀ ਦੀ ਮਿਹਰ ਕਰਨ ਲੱਗਾ। ਗੋਪੀ ਚੰਦ ਨੇ ਕਿਹਾ, ਮੰਗਲਨਾਥ ਜੀ, ਸਿੱਧਾ ਸਾਧਾ ਨੂੰ ਅਤੀਤ ਸੰਤਾਂ ਦੀ ਨਿੰਦਿਆ ਕਰਕੇ ਸਿਰ ਤੇ ਪਾਪਾਂ ਦਾ ਭਾਰ ਨਹੀਂ ਲੈਣਾ ਚਾਹੀਦਾ। ਸੰਤਾਂ ਨਾਲ ਚਰਚਾ ਕਰਨ ਸਮੇਂ ਅੰਦਰੋਂ ਕ੍ਰੋਧ ਨੂੰ ਦੂਰ ਕਰਕੇ ਚੰਗੇ ਬਚਨ ਕਰੇ ਤੇ ਚੰਗੇ ਹੀ ਸੁਣੇ। ਜੇ ਹਾਰ ਹੋ ਜਾਵੇ ਤਾਂ ਹਾਰ ਖਾ ਕੇ ਨਿੰਦਿਆ ਨਹੀਂ ਕਰਨੀ ਚਾਹੀਦੀ। ਮੰਗਲਨਾਥ ਨੇ ਕਿਹਾ, ਗੋਪੀ ਚੰਦ ਜੀ, ਤੁਸਾਂ ਸੱਚ ਆਖਿਆ ਹੈ। ਜੋ ਹੰਕਾਰ ਕਰਕੇ ਆਪਣੇ ਬਰਾਬਰ ਹੋਰ ਕਿਸੇ ਨੂੰ ਨਹੀਂ ਸਮਝਦਾ ਅਤੇ ਸੰਤਾਂ ਦੀ ਵਡਿਆਈ ਨੂੰ ਨਹੀਂ ਮੰਨਦੇ, ਉਹ ਜੋਗ ਤੋਂ ਸੱਖਣੇ ਰਹਿੰਦੇ ਹਨ। ਸਿੱਧਾ ਨਾਲ ਸ਼ਕਤੀ ਪ੍ਰੀਖਿਆ। ਇਹ ਸਾਰੀ ਵਾਰਤਾ ਸੁਣ ਕੇ ਗੋਰਖ ਨੇ ਭਰਥਰੀ ਨੂੰ ਆਖਿਆ, ਹੁਣ ਜਾ ਕੇ ਤੂੰ ਤਪੇ ਨੂੰ ਇੱਥੇ ਸਾਰੇ ਸਿੱਧਾਂ ਵਿੱਚ ਲੈ ਆ। ਭਰਥਰੀ ਨੇ ਗੁਰੂ ਜੀ ਪਾਸ ਜਾ ਕੇ ਆਦੇਸ਼ ਕਰਕੇ ਕਿਰਪਾ ਬੇਨਤੀ ਕੀਤੀ ਕਿ ਸਾਰੇ ਸਿੱਧ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ, ਕਿਰਪਾ ਕਰਕੇ ਚੱਲੋ। ਗੁਰੂ ਜੀ ਨੇ ਕਿਹਾ, ਅਸੀਂ ਆ ਰਹੇ ਹਾਂ, ਤੁਸੀਂ ਜਾ ਕੇ ਸਿੱਧਾਂ ਨੂੰ ਖਬਰ ਦਿਓ। ਇਹ ਸੁਣ ਕੇ ਭਰਥਰੀ ਨੇ ਸਿੱਧਾਂ ਨੂੰ ਜਾ ਕੇ ਦੱਸਿਆ ਕਿ ਮੇਰੇ ਪਿੱਛੇ ਤਪਾ ਜੀ ਵੀ ਆ ਰਹੇ ਹਨ। ਇੰਨੇ ਚਿਰ ਨੂੰ ਗੁਰੂ ਜੀ ਵੀ ਤਤਕਾਲ ਹੀ ਸਿੱਧ ਮੰਡਲੀ ਵਿੱਚ ਗੋਰਖ ਪਾਸ ਚਲੇ ਗਏ। ਗੁਰੂ ਜੀ ਨੇ ਗੋਰਖਨਾਥ ਨੂੰ ਆਦੇਸ਼ ਆਖਿਆ ਅਤੇ ਗੋਰਖ ਨੇ ਵੀ ਅੱਗੋਂ ਆਦੇਸ਼ ਕਰਕੇ ਆਪ ਜੀ ਨੂੰ ਬੜੇ ਸਤਿਕਾਰ ਨਾਲ ਬਿਠਾਇਆ। ਗੋਰਖ ਨੇ ਇਹ ਵਿਚਾਰ ਕਰਕੇ ਕਿ ਜੇਕਰ ਇਹ ਸਾਡੇ ਮੱਤ ਵਿੱਚ ਆ ਜਾਵੇ ਤਾਂ ਸਾਡੀ ਬਹੁਤ ਮਾਨਤਾ ਜਾਏਗੀ। ਭਰਥਰੀ ਨੂੰ ਆਖਿਆ ਕਿ ਇੱਕ ਪਿਆਲਾ ਲਿਆ ਕੇ ਇਹਨਾਂ ਨੂੰ ਪਿਲਾਓ, ਜਿਸ ਨਾਲ ਇਹ ਮਸਤ ਹੋ ਜਾਵੇ ਤੇ ਲਿਵ ਲੱਗ ਜਾਵੇ। ਭਰਥਰੀ ਨੇ ਤਤਕਾਲ ਹੀ ਪਿਆਲਾ ਲਿਆ ਗੁਰੂ ਜੀ ਅੱਗੇ ਆਣ ਰੱਖਿਆ। ਗੁਰੂ ਜੀ ਨੇ ਪੁੱਛਿਆ, ਇਹ ਪਾਣੀ ਤੁਸਾਂ ਕੈਸਾ ਲਿਆਂਦਾ ਹੈ? ਗੋਰਖ ਨੇ ਕਿਹਾ, ਇਸ ਨੂੰ ਪੀ ਕੇ ਲਿਵ ਲਗਾ ਲਓ, ਇਸ ਨਾਲ ਸਿਰ ਤੋਂ ਕਾਲ ਟਲ ਜਾਏਗਾ, ਭੁੱਖ ਪਿਆਸ ਦੋਵੇਂ ਮਰ ਜਾਣਗੀਆਂ ਅਤੇ ਚੌਥੇ ਪਦ ਵਿੱਚ ਰੰਗੇ ਜਾਓਗੇ। ਜਦ ਮੇਰੀ ਤੇਰੀ ਭੁੱਲ ਜਾਏਗੀ ਤਾਂ ਰਿੱਧਾਂ ਸਿੱਧਾਂ ਦਾਸੀਆਂ ਹੋ ਜਾਣਗੀਆਂ। ਅਨਹਦ ਧੁਨੀ ਬਹੁਤ ਸੁਣੋਗੇ ਤੇ ਅਮਰ ਹੋ ਜਾਓਗੇ।
ਗੁਰੂ ਜੀ ਨੇ ਕਿਹਾ, ਇਹ ਮਦ ਸ਼ਰਾਬ ਤੁਸੀਂ ਕਿਸ ਤਰ੍ਹਾਂ ਕੱਢ ਆਉਂਦੇ ਹੋ? ਝੰਗਰ ਨੇ ਕਿਹਾ, ਪਹਿਲਾਂ ਧਰਤੀ ਤੇ ਭੱਠੀ ਬਣਾ ਕੇ ਘੜੇ ਵਿੱਚ ਪਾਣੀ ਤੇ ਸ਼ੱਕ ਪਾ ਕੇ ਲਾਹਣ ਤਿਆਰ ਕੀਤੀ। ਫੇਰ ਉਸ ਲਾਹਣ ਹੇਠਾਂ ਅੱਗ ਬਾਲ ਕੇ ਘੜੇ ਨੂੰ ਨਾਲੀ ਲਾ ਕੇ ਸ਼ਰਾਬ ਕੱਢੀ। ਇਸ ਦੇ ਪੀਣ ਨਾਲ ਦੁੱਖ ਸੁੱਖਾਂ ਵਿੱਚ ਬਦਲ ਜਾਂਦੇ ਹਨ ਅਤੇ ਕਦੀ ਨਾ ਟੁੱਟਣ ਵਾਲੀ ਲਿਵ ਲੱਗ ਜਾਂਦੀ ਹੈ। ਉਹਨਾਂ ਦੀ ਇਹ ਵਾਰਤਾ ਸੁਣ ਕੇ ਗੁਰੂ ਨੇ ਆਪਣੇ ਦਾਸਾਂ ਨੂੰ ਸੁੱਖ ਦੇਣ ਵਾਲੀ ਸ਼ਰਾਬ ਕੱਢਣ ਦੀ ਜੁਗਤੀ ਦੱਸੀ। ਆਸਾ ਮਹਿਲਾ ਪਹਿਲਾ। ਗਿਆਨ ਧਿਆਨ ਕੀ ਲਾਹਣ मांडी, करनी की कस पाई, पौ पाठी में प्रेम समाना, ब्रह्म की अगन जलाई। सिद्धो हम मद के माते नाही, जो मतवाले मद के माते, किन मतवालो माही। रहाओ। सुरत नली भाव बासन कीना, अंतर धार चुआई, दया सुराही सहज प्याला, गुरमत पीवो भाई। गुरमत नाम फिरे मतवाला, एक रंग मह खेलै, जह देखा तह एक स्वरूपी, मार्ग पाया चेलै। निभि खेम मारी सिद्धो, आठ पहर लिव लागी, नानक दास तहां मतवाला, जह एकंकार बिरागी। यही शब्द श्री गुरु ग्रंथ साहब विच नहीं। भावार्थ, ਅਸੀਂ ਤੁਹਾਡੀ ਇਸ ਸ਼ਰਾਬ ਦੇ ਮਤਵਾਲੇ ਨਹੀਂ ਹਾਂ। ਜੋ ਇਸ ਨੂੰ ਪੀਂਦੇ ਹਨ ਉਹ ਮਤਵਾਲੇ ਨਹੀਂ ਕਹੇ ਜਾ ਸਕਦੇ। ਸਾਡੀ ਸ਼ਰਾਬ ਗਿਆਨ ਧਿਆਨ ਦੀ ਲਾਹਾਂ 'ਚ ਸ਼ੁਭ ਕਰਮਾਂ ਦੇ ਸੱਕ, ਪ੍ਰਭੂ ਭੈ ਦੀ ਭੱਠੀ, ਬ੍ਰਹਮ ਗਿਆਨ ਦੀ ਅਗਨੀ, ਸੁਰਤ ਦੀ ਨਲੀ, ਪ੍ਰੇਮ ਦੇ ਭਾਂਡੇ ਵਿੱਚ ਅੰਤਰਗਤ ਧਾਰ ਚੋ ਰਹੀ ਹੈ। ਦਇਆ ਦੀ ਸੁਰਾਹੀ ਸ਼ਾਂਤ ਦਾ ਪਿਆਲਾ ਹੈ। ਜਿਹੜਾ ਇਸ ਨੂੰ ਪੀਂਦਾ ਹੈ ਉਹ ਅੱਠੇ ਪਹਿਰ ਇੱਕ ਦੇ ਰੰਗ ਵਿੱਚ ਖੀਵਾ ਰਹਿੰਦਾ ਹੈ। ਗੁਰੂ ਜੀ ਦੇ ਵਿਚਾਰ ਸੁਣ ਕੇ ਸਿੱਧਾ ਨੇ ਕਿਹਾ, ਸਿੱਧਨਵਾਜ। ਧਨ ਜੋਬਨ ਕੀ ਕਰੋ ਨਾ ਆਸਾ, ਪਰ ਤ੍ਰਿਏ ਅੰਗ ਨਾ ਲਾਵੇ ਪਾਸਾ, ਨਾਦ ਬਿੰਦ ਘਟ ਭੀਤਰ ਧਰੈ, ਤਿਸਕੀ ਸੇਵਾ ਪਰਬਤ ਕਰੈ। ਬੋਲੇ ਪਰਬਤ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਭਾਵ, ਜਿਹੜਾ ਧਨ ਜੋਬਨ ਦੀ ਆਸਾ ਨਾ ਰੱਖੇ, ਪਰਾਈ ਇਸਤਰੀ ਨਾਲ ਅੰਗ ਲਾਵੇ ਅਤੇ ਜੋਗ ਸ਼ਬਦ ਨੂੰ ਅੰਦਰ ਵਸਾਵੇ, ਉਸ ਦੀ ਸੇਵਾ ਸਭ ਕੋਈ ਕਰੇਗਾ। ਇਹ ਵਿਚਾਰ ਜੋਗੀਆਂ ਦੇ ਪਰਬਤ ਭੇਖ ਹਨ। ਈਸਰ ਸਿੱਧ ਨੇ ਕਿਹਾ, ਸੋ ਗਿਰਹੀ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ का करे शरीर, सो गिरही गंगा का नीर। बोले ईसर स्वरूप, परम तंत मह ਰੇਖ ਨਾ ਰੂਪ। ਭਾਵ, ਈਸਰ ਸਿੱਧ ਨੇ ਕਿਹਾ, ਗਿਰਹੀ ਭੇਖ ਉਹ ਹੈ ਜਿਹੜਾ ਇੰਦਰੀਆਂ ਦਾ ਦਮਨ ਕਰੇ ਅਤੇ ਜਪ ਤਪ ਤੇ ਸੰਜਮ ਦੀ ਭੀਖਿਆ ਮੰਗੇ, ਸਰੀਰ ਨੂੰ ਪੁੰਨਾਂ ਦਾ ਸਥਾਨ ਕਰੇ, ਅਰਥਾਤ ਸਰੀਰ ਦੇ ਹੱਥਾਂ ਪੈਰਾਂ ਇੰਦਰੀਆਂ ਨਾਲ ਪੁੰਨਦਾਨ ਕਰੇ। ਐਸਾ ਗਿਰਹੀ ਜੋਗੀ ਦੇ ਜਲ ਵਾਂਗੂ ਨਿਰਮਲ ਹੈ। ਗੋਰਖ ਨੇ ਕਿਹਾ, 100 ਔ ਤੂਤੀ ਜੋ ਤੂਪੇ ਆਪ, ਭਿਖਿਆ ਭੋਜਨ ਕਰੇ ਸੰਤਾਪ। ਔ ਹਟ ਪਟਣ ਮਹਿ ਭੀਖਿਆ ਕਰੇ, 100 ਔ ਤੂਤੀ ਸ਼ਿਵ ਪੁਰ ਚੜੈ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਔਦੂਤ ਜੋਗੀ ਉਹ ਹੈ ਜਿਹੜਾ ਹੰਕਾਰ ਨੂੰ ਸਾੜੇ, ਤਪੱਸਿਆ ਤੇ ਸੰਤਾਪ ਦੀ ਭਿਖਿਆ ਦਾ ਭੋਜਨ ਕਰੇ, ਆਪਣੇ ਸਰੀਰ ਰੂਪੀ ਸ਼ਹਿਰ ਵਿੱਚ ਹੀ ਮੰਗਣਾ ਕਰੇ। ਐਸਾ ਔਤੂ ਦਸਮ ਦੁਆਰ ਵਿੱਚ ਚੜ੍ਹਦਾ ਹੈ। ਸਤ ਸਰੂਪ ਪਰਮੇਸ਼ਰ ਦਾ ਕੋਈ ਰੂਪ ਰੇਖ ਨਹੀਂ ਹੈ। ਗੋਪੀ ਚੰਦ ਨੇ ਕਿਹਾ, ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨ ਕੰਧ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਭਾਵ, ਉਦਾਸੀ ਮਤ ਦਾ ਜੋਗੀ ਉਹ ਜਿਹੜਾ ਸੰਸਾਰ ਵੱਲੋਂ ਉਦਾਸੀ ਧਾਰਨ ਕਰਕੇ ਪਰਮਾਤਮਾ ਨੂੰ ਅੰਦਰ ਬਾਹਰ ਵਿਆਪਕ ਜਾਣੇ, ਸਤੋ ਗੁਣ ਤੇ ਗਿਆਨ ਮੇਲ ਰੱਖੇ, ਉਸ ਦਾ ਸਰੀਰ ਕਦੀ ਨਾਸ ਨਹੀਂ ਹੋਵੇਗਾ। ਚਰਪਟ ਸਿੱਧ ਨੇ ਕਿਹਾ, ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਸੁਪਨੇ ਬਿੰਦ ਨਾ ਦੇਈ ਚਰਣਾ, ਤਿਸ ਪਾਖੰਡੀ ਜਰਾ ਨ ਮਰਣਾ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਭਾਵ, ਪਾਖੰਡੀ ਪਾਪਾਂ ਨੂੰ ਖੰਡਣ ਵਾਲਾ ਜੋਗੀਆਂ ਦਾ ਇੱਕ ਭੇਖ। ਜੋਗੀ ਉਹ ਹੈ ਜੋ ਸਰੀਰ ਨੂੰ ਧੋਂਦਾ ਇਸ਼ਨਾਨ ਕਰਦਾ ਹੈ, ਦੇਹ ਹੰਗਤਾ ਨੂੰ ਬ੍ਰਹਮ ਅਗਨੀ ਨਾਲ ਸਾੜਦਾ ਹੈ, ਵੀਰਜ ਨੂੰ ਸੁਪਨੇ ਵਿੱਚ ਡਿੱਗਣ ਨਹੀਂ ਦਿੰਦਾ, ਉਸ ਨੂੰ ਨਾ ਬੁਢੇਪਾ ਅਤੇ ਨਾ ਮੌਤ ਦਾ ਡਰ ਹੁੰਦਾ ਹੈ। ਬੈਰਾਗੀ ਕੌਣ ਹੈ? ਭਰਤਰੀ ਨੇ ਕਿਹਾ, ਮਹੱਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੂਪੇ ਥੰਮ। ਇਹ ਨਿਸ ਅੰਤਰ ਰਹੇ ਧਿਆਨ, ਤੇ ਬੈਰਾਗੀ ਸਤ ਸਮਾਨ। ਬੋਲੇ ਪਰਥਰ ਸਤ ਸਰੂਪ,
ਪਰਮ ਤੰਤ ਮਹਿਰੇਖ ਨ ਰੂਪ। ਭਾਵ ਬੈਰਾਗੀ ਪਰਮੇਸ਼ਰ ਦਾ ਵਿਰਾਗਮਾਨ, ਉਹ ਜਿਹੜਾ ਸੰਸਾਰ ਵੱਲੋਂ ਉਲਟਾ ਕੇ ਬਿਰਤੀ ਨੂੰ ਬ੍ਰਹਮ ਵੱਲ ਲਾਏ, ਦਸਮ ਦੁਆਰ ਵਿੱਚ ਸਵਾਸਾਂ ਨੂੰ ਸਥਿਤ ਕਰ ਰੱਖੇ, ਰਾਤ ਦਿਨ ਇੱਕ ਪ੍ਰਭੂ ਦੇ ਧਿਆਨ ਵਿੱਚ ਰਹੇ, ਉਹ ਬੈਰਾਗੀ ਪ੍ਰਮਾਤਮਾ ਰੂਪ ਹੈ। ਸਿੱਧਾਂ ਦੇ 6 ਮੱਤਾਂ ਦੇ ਵਿਚਾਰ ਸੁਣ ਕੇ ਗੁਰੂ ਜੀ ਨੇ ਉਹਨਾਂ ਪ੍ਰਤੀ ਆਪਣੇ ਵਿਚਾਰਾਂ ਦਾ ਪ੍ਰਤੀਕ ਸ਼ਬਦ ਉਚਾਰਨ ਕੀਤਾ। ਰਾਮ ਕਲੀ ਕੀ ਵਾਰ ਮਹੱਲਾ ਪਹਿਲਾ। ਕਿਉਂ ਮਰੇ ਮਨ ਕਿਉਂ ਜੀਵੇ ਜੁਗਤ, ਕੰਨ ਪੜਾਏ ਕਿਆ ਖਾਜੇ ਭੁਗਤ। ਆਸਤ ਨਾਸਤ ਏਕੋ ਨਾਉ, ਕੌਣ ਸੁਅਖਰ ਜਿਤ ਰਹੇ ਹਿਆਉ। ਧੂਪ ਸ਼ਾਮ ਜੇ ਸਮ ਕਰ ਸਹੇ, ਤਾ ਨਾਨਕ ਆਖੇ ਗੁਰ ਕੋ ਕਹੇ। ਛੇ ਵਰਤਾਰੇ ਵਰਤ ਹੈ ਪੂਤ, ਨਾ ਸੰਸਾਰੀ ਨਾ ਔਤੂਤ। ਹੰਕਾਰ ਜੋ ਰਹੇ ਸਮਾਏ, ਕਾਹੇ ਭਿਖਿਆ ਮੰਗਣ ਜਾਏ। ਨਾਨਕ ਬੋਲੇ ਸਤ ਸਰੂਪ, ਪਰਮ ਤੰਤ ਮਹਿਰੇਖ ਨ ਰੂਪ। ਇਹ ਦੋ ਤੁਕਾਂ ਗ੍ਰੰਥ ਸਾਹਿਬ ਵਿੱਚ ਨਹੀਂ ਹਨ। ਭਾਵ ਗੁਰੂ ਜੀ ਨੇ ਕਿਹਾ, ਮਨ ਦਾ ਮੰਦਾ ਸੁਭਾਵ ਕਿਸ ਤਰ੍ਹਾਂ ਮਰਦਾ ਹੈ ਅਤੇ ਜਿਉਂਦਾ ਕਿਹੜੀ ਯੁਕਤੀ ਕਰਕੇ ਹੈ। ਕੰਨ ਪੜਾ ਕੇ ਕੀ ਭੋਜਨ ਖਾਈਦਾ ਹੈ, ਭਾਵ ਐਸੇ ਭੋਜਨ ਦਾ ਕੋਈ ਲਾਭ ਨਹੀਂ ਹੈ। ਸੰਸਾਰ ਹੋਂਦ ਤੇ ਅਣਹੋਂਦ ਸਮੇਂ ਇੱਕੋ ਨਾਮ ਸੀ। ਉਹ ਕਿਹੜਾ ਸ਼ਬਦ ਹੈ ਜਿਸ ਨਾਲ ਮਨ ਸਥਿਰ ਹੁੰਦਾ ਹੈ। ਦੁੱਖ ਸੁੱਖ ਨੂੰ ਜੇ ਇੱਕ ਸਮਾਨ ਜਾਣੇ, ਤਾਂ ਤੁਹਾਨੂੰ ਗੁਰੂ ਕੌਣ ਕਹੇਗਾ। ਉੱਪਰ ਦੱਸੇ ਹੋਏ 6 ਵਰਤਾਰੇ ਜਿਹੜਾ ਤੁਹਾਡਾ ਅੱਲਾ ਬਣ ਕੇ ਧਾਰਨ ਕਰਦਾ ਹੈ, ਉਹ ਨਾ ਸੰਸਾਰੀ ਹੈ ਤੇ ਨਾ ਸਹੀ ਅਰਥਾਂ ਵਿੱਚ ਅਤੀਤ ਹੈ। ਜੋ ਨਿਰੰਕਾਰ ਵਿੱਚ ਲਿਵਲਾਈ ਰੱਖਦਾ ਹੈ ਤੇ ਫਿਰ ਉਹ ਭਿੱਖਿਆ ਮੰਗਣ ਕਿਉਂ ਜਾਵੇ, ਭਾਵ ਉਸ ਨੂੰ ਭਿੱਖਿਆ ਮੰਗਣ ਨਹੀਂ ਜਾਣਾ ਚਾਹੀਦਾ। ਗੁਰੂ ਜੀ ਕਹਿੰਦੇ ਹਨ, ਸਤ ਸਰੂਪ ਪਰਮਾਤਮਾ ਰੂਪ ਰੇਖ ਤੋਂ ਰਹਿਤ ਹੈ। ਗੁਰੂ ਜੀ ਦੇ ਇਹ ਵਿਚਾਰ ਕੇ ਸਿੱਧਾਂ ਨੇ ਸਮਝ ਲਿਆ ਕਿ ਇਸ ਚਰਚਾ ਵਿੱਚ ਸਾਡੇ ਪਾਸੋਂ ਹਾਰ ਨਹੀਂ ਸਕਦੇ। ਗੋਪੀ ਚੰਦ, ਘੁੱਗੂਨਾਥ, ਭਰਥਰੀ, ਮੰਗਲਨਾਥ ਅਤੇ ਚੰਬਾਨਾਥ ਸਿੱਧਾਂ ਨੇ ਗੁਰੂ ਜੀ ਨੂੰ ਆਖਿਆ, ਆਪ ਮੁਕਤੀ ਦਾਤਾ ਪਰਮੇਸ਼ਰ ਅਵਤਾਰ ਹੋ। ਸਾਨੂੰ ਦਰਸ਼ਨ ਦੇ ਕੇ ਆਪ ਜੀ ਨੇ ਨਿਹਾਲ ਕੀਤਾ ਹੈ। ਇਹਨਾਂ ਸ਼ਰਧਾਵਾਨ ਸਿੱਧਾਂ ਦੀਆਂ ਪ੍ਰੇਮਮਈ ਸੁਣ ਕੇ ਕਈ ਸਿੱਧ ਪ੍ਰਸੰਨ ਹੋਏ ਅਤੇ ਕਈ ਕ੍ਰੋਧ ਕਰਕੇ ਬੋਲੇ, ਅਸੀਂ ਤੇਰੀ ਸ਼ਕਤੀ ਵੇਖਦੇ ਹਾਂ, ਤੂੰ ਬੜੀਆਂ ਉੱਚੀਆਂ ਗੱਲਾਂ ਕਰਕੇ ਦੱਸ ਰਿਹਾ ਹੈ। ਇਸ ਤਰ੍ਹਾਂ ਆਖ ਕੇ ਭੰਗਰ ਸੁਰਤ ਸਿੱਧ, ਝੰਗਰ ਨਿਰਤ ਸਿੱਧ, ਲੰਗਰ ਕਨਕ ਅਤੇ ਸ਼ੰਭੂਨਾਥ ਆਦਿਕ ਹੰਕਾਰੀ ਸਿੱਧ ਆਪੋ ਆਪਣੀ ਸ਼ਕਤੀ ਵਿਖਾਉਣ ਲੱਗੇ। ਕਿਸੇ ਨੇ ਮ੍ਰਿਗਸ਼ਲਾ ਆਕਾਸ਼ ਵਿੱਚ ਉਡਾਇਆ, ਕਿਸੇ ਨੇ ਆਪਣੀ ਬੈਰਾਗਣ ਨੂੰ ਭਜਾਇਆ, ਕਿਸੇ ਨੇ ਸਿੰਘੀ ਨੂੰ ਦੌੜਾਇਆ, ਕਿਸੇ ਨੇ ਮੁੰਦਰਾਂ ਤੇ ਕਿਸੇ ਨੇ ਫਰੂਆ ਠੂਟਾ ਹੀ ਪੁਆਇਆ। ਇਸ ਤਰ੍ਹਾਂ ਆਪਣਾ ਸਭ ਕੁਝ ਸਿੱਧਾਂ ਨੇ ਆਕਾਸ਼ ਵਿੱਚ ਉਡਾ ਦਿੱਤਾ। ਜਿਤਨੀ ਕਿਸੇ ਪਾਸ ਸ਼ਕਤੀ ਸੀ ਉਹ ਸਭ ਵਿਖਾ ਦਿੱਤੀ। ਗੁਰੂ ਜੀ ਚੁੱਪ ਕਰਕੇ ਤਮਾਸ਼ੇ ਵੇਖਦੇ ਰਹੇ। ਸਿੱਧਾਂ ਨੇ ਸਮਝਿਆ ਕਿ ਹੁਣ ਇਹ ਸਾਡੇ ਪਾਸੋਂ ਡਰ ਗਿਆ ਹੈ। ਗੁਰੂ ਜੀ ਦੇ ਪਾਸ ਆ ਕੇ ਕਹਿਣ ਲੱਗੇ, ਤੁਸਾਂ ਗੱਲਾਂ ਬਾਤਾਂ ਕਰਨੀਆਂ ਤਾਂ ਉਰਿਓਂ ਪਰਿਓਂ ਸਿੱਖ ਲਈਆਂ ਹਨ ਅਤੇ ਆਪ ਨੂੰ ਤਪਾ ਕਹਾਂ ਕਿ ਹੰਕਾਰੀ ਹੋ ਗਏ ਹੋ। ਸਾਡੀ ਗੱਲ ਜੇ ਨਹੀਂ ਮੰਨੀ ਤਾਂ ਅਸਾਂ ਕਰਾਮਾਤਾਂ ਵਿਖਾ ਕੇ ਚੁੱਪ ਕਰਾ ਦਿੱਤਾ ਹੈ। ਅਜੇ ਵੀ ਹੱਠ ਛੱਡ ਕੇ ਕੰਨਾਂ ਮੁੰਦਰਾ ਪਾ ਕੇ ਸਰੀਰ ਤੇ ਸੁਆਹ ਲਾ ਕੇ ਗੋਰਖ ਦੇ ਚੇਲੇ ਬਣ ਜਾਓ, ਨਹੀਂ ਤਾਂ ਫੇਰ ਸ਼ਕਤੀ ਵਿਖਾਓ। ਦੋਹਾਂ ਵਿੱਚੋਂ ਇੱਕ ਗੱਲ ਕਰਨੀ ਪਵੇਗੀ। ਸਿੱਧਾਂ ਦੀਆਂ ਭਾਂਤ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਹੱਸ ਕੇ ਬੋਲੇ, ਹੇ ਸਾਡੀ ਕੌਂਸ ਖੜਾਵਾਂ, ਤੂੰ ਆਕਾਸ਼ ਵਿੱਚ ਜਾ ਕੇ ਸਿੱਧਾਂ ਦੀਆਂ ਸਭ ਚੀਜ਼ਾਂ ਨੂੰ ਆਪਣੇ ਬਲ ਨਾਲ ਹੇਠਾਂ ਲਿਆ। ਜੀ ਦਾ ਇਹ ਵਾਕ ਸੁਣ ਕੇ ਖੜਾਮ ਉੱਡ ਕੇ ਆਕਾਸ਼ ਵਿੱਚ ਚਲੀ ਗਈ ਅਤੇ ਸਭ ਚੀਜ਼ਾਂ ਨੂੰ ਠੱਪ ਠੱਪ ਹੇਠਾਂ ਸੁੱਟ ਦਿੱਤਾ। ਜਿਸ ਦੀ ਕੋਈ ਚੀਜ਼ ਸੀ ਉਸ ਦੇ ਅੱਗੇ ਹੀ ਜਾ ਡਿੱਗੀ। ਸਿੱਧ ਅੱਖਾਂ ਨੀਵੀਆਂ ਕਰਕੇ ਸ਼ਰਮਿੰਦੇ ਹੋ ਕੇ ਚੁੱਪ ਕਰ ਗਏ। ਪਰ ਮੰਗਲਨਾਥ ਤੇ ਗੋਪੀ ਚੰਦ ਆਦਿਕ ਸ਼ਰਧਾਲੂ ਸਿੱਧ ਇਹਨਾਂ ਦੀ ਇਹ ਦਸ਼ਾ ਹੁੰਦੀ ਵੇਖ ਕੇ ਖੁਸ਼ ਹੁੰਦੇ ਅਤੇ ਕਿ ਇਹ ਮੂਰਖ ਸਿੱਧ ਜਿਸ ਗੱਲ ਦੇ ਯੋਗ ਹਨ ਸੋਈ ਇਹਨਾਂ ਨਾਲ ਹੋਈ ਹੈ। ਮੰਗਲਨਾਥ ਨੇ ਕਿਹਾ, ਗੋਰਖਨਾਥ ਜੀ, ਤੁਸਾਂ ਵੇਖ ਲਿਆ ਹੈ ਕਿ ਤਪਾ ਕੈਸਾ ਸ਼ਕਤੀਵਾਨ ਹੈ। ਜਿਸ ਨੇ ਵੀ ਉਹਨਾਂ ਨਾਲ ਝਗੜੇ ਵਾਲੀ ਗੱਲ ਕੀਤੀ ਉਹ ਸਾਰੇ ਸ਼ਰਮਿੰਦੇ ਹੋ ਬੈਠੇ ਹਨ। ਗੋਰਖ ਨੇ ਕਿਹਾ, ਤੂੰ ਸੱਚ ਕਹਿੰਦਾ ਸੀ ਕਿ ਤਪਾ ਪੂਰਨ ਪੁਰਖ ਹੈ, ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਜਿੱਤ ਨਹੀਂ ਸਕਦੇ। ਫਿਰ ਖਿੰਥੜਨਾਥ ਨੇ ਪੁੱਛਿਆ, ਤਪਾ ਜੀ, ਤੁਸਾਂ ਕਿਸ ਯੋਗ ਸਾਧਨਾ ਨਾਲ ਇਹ ਸ਼ਕਤੀ ਪਾਈ ਹੈ? ਗੁਰੂ ਜੀ ਨੇ ਕਿਹਾ, ਅਸਾਂ ਭਗਤੀ ਯੋਗ ਕਰਕੇ ਨਾਮ ਵਿੱਚ ਲਿਵ ਲਾਈ ਹੈ। ਕਲ ਯੁੱਗ ਵਿੱਚ ਇਹ ਯੋਗ ਹੀ ਮੁਕਤੀ ਦਾਤਾ ਹੈ। ਫਿਰ ਊਰਮ ਤੇ ਧੂਰਮ ਦੋਸ ਨੇ ਪੁੱਛਿਆ, ਮਨ ਦਾ ਵਾਸਾ ਕਿੱਥੇ ਹੁੰਦਾ ਹੈ ਅਤੇ ਹਵਾ ਕਿਸ ਅਸਥਾਨ ਤੇ ਰਹਿੰਦੀ ਹੈ? ਰਾਜਾ ਕੌਣ ਹੈ
ਅਤੇ ਵਜ਼ੀਰ ਕੌਣ ਹੈ, ਬੰਧਨ ਕਿਸ ਤਰ੍ਹਾਂ ਪੈਂਦੇ ਹਨ ਤੇ ਸਰੀਰ ਅਸਥਿਤ ਕਿਵੇਂ ਰਹਿੰਦਾ ਹੈ, ਗੁਰੂ ਕੌਣ ਹੈ, ਚੇਲਾ ਕੌਣ ਹੈ, ਸੁਖਦਾਇਕ ਅਸਥਾਨ ਕਿਹੜਾ ਹੈ, ਮਾਇਆ ਦਾ ਮੋਹ ਕਿਸ ਤਰ੍ਹਾਂ ਟੁੱਟਦਾ ਹੈ, ਇਸ ਦਾ ਉੱਤਰ ਦਿਓ। ਗੁਰੂ ਜੀ ਨੇ ਕਿਹਾ, ਮਨ ਦਾ ਵਾਸਾ ਹਿਰਦੇ ਵਿੱਚ ਹੈ, ਪੌਣ ਨਾਭੀ ਵਿੱਚ ਰਹਿੰਦੀ ਹੈ, ਮਨ ਰਾਜਾ ਹੈ, ਪ੍ਰਾਣ ਵਜ਼ੀਰ ਹੈ, ਵਿਸ਼ੇ ਵਿਕਾਰ ਵਿੱਚ ਲੱਗ ਕੇ ਜੀਵ ਬੰਧਨਾਂ ਵਿੱਚ ਪੈਂਦਾ ਹੈ। 10ਵੇਂ ਦੁਆਰ ਵਿੱਚ ਸਵਾਸ ਰਹਿਣ ਤਾਂ ਸਰੀਰ ਨਾਸ਼ ਨਹੀਂ ਹੁੰਦਾ। ਗੁਰੂ ਸ਼ਬਦ ਹੈ ਅਤੇ ਸੁਰਤ ਉਸ ਦਾ ਚੇਲਾ ਹੈ। ਤੁਰੀਆਂ ਪਦ ਸੁਖ ਆਸਨ ਸਥਾਨ ਹੈ। ਗਿਆਨ ਹੋਣ ਦੇ ਨਾਲ ਮਾਇਆ ਦਾ ਮੋਹ ਟੁੱਟ ਜਾਂਦਾ ਹੈ। ਹੇ ਸਿੱਧੋ, ਇਸ ਸਿੱਖਿਆ ਨੂੰ ਗ੍ਰਹਿਣ ਕਰੋ। ਫਿਰ ਇੱਕ ਝਗਰ ਨਾਮ ਦੇ ਸਿੱਧ ਨੇ ਪੁੱਛਿਆ, ਤੁਹਾਡਾ ਪਿਤਾ ਕੌਣ ਹੈ ਅਤੇ ਮਾਤਾ ਕੌਣ ਹੈ? ਤੁਸੀਂ ਜੋਗੀ ਹੋ ਜਾਂ ਭੋਗੀ, ਸੋਗ ਧਾਰਨ ਵਾਲੇ ਹੋ ਜਾਂ ਪ੍ਰਸੰਨ ਰਹਿਣ ਵਾਲੇ? ਕਿਸ ਦੇ ਪ੍ਰਕਾਸ਼ ਨਾਲ ਜੰਜਾਲ ਮਿਟਿਆ ਹੈ ਅਤੇ ਤੁਹਾਡੀ ਬੁੱਧੀ ਉਜਲ ਕਿਸ ਤਰ੍ਹਾਂ ਹੋਈ ਹੈ? ਗੁਰੂ ਜੀ ਨੇ ਉੱਤਰ ਦਿੱਤਾ, ਸਾਡਾ ਪਿਤਾ ਸੰਤੋਖ ਹੈ, ਖਿਮਾ ਮਾਤਾ ਹੈ। ਘਰ ਵਿੱਚ ਹੀ ਜੋਗੀ ਹਾਂ, ਨਾ ਸੋਗ ਕਰਦਾ ਹਾਂ ਨਾ ਖੁਸ਼ ਹੁੰਦਾ ਹਾਂ। ਪਾਣੀ ਵਿੱਚ ਕਮਲ ਵਾਂਗ ਨਿਰਲੇਪ ਰਹਿੰਦੇ ਹਾਂ। ਓੰਕਾਰ ਦੇ ਪ੍ਰਕਾਸ਼ ਨਾਲ ਜੰਜਾਲ ਮਿਟ ਗਏ ਹਨ ਅਤੇ ਗੁਰੂ ਜੀ ਨੂੰ ਮਿਲ ਕੇ ਬੁੱਧੀ ਪ੍ਰਾਪਤ ਹੋਈ ਹੈ। ਤੇਰੇ ਨਾਲ ਗੋਰਖ ਨੂੰ ਅਤੇ ਹੋਰ ਵੀ ਬਹੁਤ ਸਾਰੇ ਸਿੱਧਾਂ ਨੂੰ ਚੰਗੀ ਤਰ੍ਹਾਂ ਉਪਦੇਸ਼ ਦਿਆਂਗਾ। ਇਸ ਪ੍ਰਕਾਰ ਦੇ ਬਚਨ ਸੁਣ ਕੇ ਗੋਰਖ ਨੇ ਵਿਚਾਰਿਆ, ਇਸ ਨੂੰ ਮਾਇਆ ਨਾਲ ਭਰਮਾ ਕੇ ਕਾਬੂ ਕਰੀਏ, ਗਿਆਨ ਨਾਲ ਕਾਬੂ ਨਹੀਂ ਆਉਂਦਾ। ਸੋ ਗੋਰਖ ਨੇ ਇੱਕ ਖੱਪਰ ਦੇ ਕੇ ਗੁਰੂ ਜੀ ਨੂੰ ਆਖਿਆ, ਹੇ ਬਾਲੇ, ਉਸ ਤਾਲ ਵਿੱਚੋਂ ਇਹ ਖੱਪਰ ਭਰ ਲਿਆਵੋ। ਗੁਰੂ ਜੀ ਨੇ ਵੇਖਿਆ ਕਿ ਤਾਲ ਬਹੁਤ ਬੇਅੰਤ ਲਾਲਾਂ ਤੇ ਜਵਾਹਰਾਂ ਨਾਲ ਭਰਿਆ ਪਿਆ ਹੈ, ਪਾਣੀ ਦੀ ਇੱਕ ਬੂੰਦ ਨਹੀਂ ਹੈ। ਗੁਰੂ ਜੀ ਇਸ ਨੂੰ ਗੋਰਖ ਦਾ ਛਲ ਸਮਝ ਕੇ ਵਾਪਸ ਆ ਗਏ ਅਤੇ ਕਿਹਾ, ਤਾਲ ਵਿੱਚ ਪਾਣੀ ਨਹੀਂ ਹੈ, ਇਹ ਆਪਣਾ ਖੱਪਰ ਸੰਭਾਲ ਲਵੋ। ਆਪ ਜੀ ਗੋਰਖ ਦੇ ਪਾਸ ਬੈਠ ਗਏ।